ਰੇਡੀਓ ਵਾਇਸ ਆਫ ਖਾਲਸਾ ਸੁਣ ਰਹੇ ਸਾਰੇ ਸਰੋਤਿਆਂ ਦਾ ਪ੍ਰੋਗਰਾਮ ਕਿਤਾਬ ਸੰਸਾਰ ਦੇ ਵਿੱਚ ਸਵਾਗਤ ਹੈ ਜੀ। ਦਾਸ ਜਰਨੈਲ ਸਿੰਘ ਚੱਕਰ ਦੀ ਫਤਿਹ ਆਪ ਸਾਰੇ ਸਰੋਤਿਆਂ ਨੇ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰੋਤਿਓ, ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਇੱਕ ਕਿਤਾਬ ਪੜ੍ਹ ਰਹੇ ਹਾਂ। ਪਿਛਲੇ ਦਿਨਾਂ ਤੋਂ ਜਿਹੜੀ ਕਿਤਾਬ ਅਸੀਂ ਪੜ੍ਹ ਰਹੇ ਹਾਂ ਉਹਦਾ ਨਾਮ ਹੈ ਜੀ ਸਿੱਖ ਰਾਜ ਕਿਵੇਂ ਬਣਿਆ। ਗਿਆਨੀ ਸੋਹਣ ਸਿੰਘ ਸੀਤਲ ਜੀ ਦੀ ਲਿਖਤ ਹੈ ਅਤੇ ਉਹਨਾਂ ਦੀ ਕਲਮ ਨੂੰ ਅਸੀਂ ਬੋਲ ਕੇ ਤੁਹਾਡੇ ਤੱਕ ਪਹੁੰਚਾਉਣ ਦਾ ਯਤਨ ਕਰ ਰਹੇ ਹਾਂ। ਸੋ ਮੈਂ ਸਾਰੇ ਸਰੋਤਿਆਂ ਨੂੰ ਇੱਕ ਬੇਨਤੀ ਇੱਥੇ ਪਹਿਲਾਂ ਹੀ ਕਰਦਾ ਜਾਵਾਂ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕਾਲਾਂ ਨਹੀਂ ਲਵਾਂਗੇ। ਸੋ ਕਿਰਪਾ ਕਰਕੇ ਜਿਹੜੇ ਸਾਡੇ ਸਰੋਤੇ ਨੇ ਉਹ ਕਾਲਾਂ ਨਾ ਲਾਉਣ ਜੀ। ਤੁਸੀਂ ਆਪਣੇ ਸੁਝਾਅ ਜਾਂ ਸਵਾਲ ਜਿਹੜੇ ਨੇ ਉਹ ਸਾਨੂੰ ਸਾਡੇ ਫੇਸਬੁੱਕ ਪੇਜ ਦੇ ਇਨਬਾਕਸ ਦੇ ਵਿੱਚ ਲਿਖ ਕੇ ਜ਼ਰੂਰ ਭੇਜ ਸਕਦੇ ਹੋ। ਸਾਡਾ ਫੇਸਬੁੱਕ ਪੇਜ ਆ ਰੇਡੀਓ ਵਾਇਸ ਆਫ ਖਾਲਸਾ ਦੇ ਨਾਮ ਤੋਂ, ਅਤੇ ਉਹਨੂੰ ਲਾਈਕ ਵੀ ਕਰੋ, ਸ਼ੇਅਰ ਵੀ ਕਰੋ, ਅਤੇ ਕੋਈ ਸਵਾਲ ਜਾਂ ਸੁਝਾਅ ਹੋਵੇ ਉਹਨੂੰ ਲਿਖ ਕੇ ਇਨਬਾਕਸ ਦੇ ਵਿੱਚ ਸਾਨੂੰ ਭੇਜ ਦਿਓ। ਸੋ ਹੁਣ ਅਸੀਂ ਕਿਤਾਬ ਜਿਹੜੀ ਆ ਸ਼ੁਰੂ ਕਰਦੇ ਹਾਂ। ਪਿਛਲੇ ਦਿਨਾਂ 'ਚ ਅਸੀਂ 99 ਪੰਨੇ ਤੱਕ ਕਿਤਾਬ ਪੜ੍ਹ ਚੁੱਕੇ ਹਾਂ। ਆਓ ਦੇਖਦੇ ਹਾਂ ਅੱਗੇ ਗਿਆਨੀ ਸੋਹਣ ਸਿੰਘ ਸੀਤਲ ਜੀ ਦੀ ਕਲਮ ਤੋਂ। ਸਿੱਖ ਸਰਦਾਰ ਸੋਚਾਂ ਵਿੱਚ ਪੈ ਗਏ ਕਿ ਹੁਣ ਕਿਹੜੇ ਪਾਸੇ ਹੋਈਏ। ਅੰਤ ਇਹ ਫੈਸਲਾ ਹੋਇਆ ਕਿ ਪਹਾੜੀਆਂ ਨਾਲ ਲੜ ਕੇ ਰਾਹ ਸਾਫ਼ ਕਰ ਲਈਏ। ਉਹਨਾਂ ਇਕੱਠੇ ਹੋ ਕੇ ਪਹਾੜੀਆਂ 'ਤੇ ਹੱਲਾ ਬੋਲ ਦਿੱਤਾ ਅਤੇ ਉਹਨਾਂ ਤੋਂ ਇੱਕ ਟਿੱਬਾ ਖੋਲ੍ਹਿਆ। ਪੈਦਲ ਤਾਂ ਉਹਦੇ ਉੱਤੇ ਚੜ੍ਹ ਗਏ, ਪਰ ਸਵਾਰਾਂ ਵਾਸਤੇ ਬੜੀ ਔਖੀ ਬਣੀ। ਉਹਨਾਂ ਦੇ ਘੋੜੇ ਪਹਾੜਾਂ ਉੱਤੇ ਕਿਵੇਂ ਚੜ੍ਹਨ। ਉਹ ਹਥਿਆਰਾਂ ਨਾਲ ਪਹਾੜ ਪੁੱਟ ਕੇ ਘੋੜੇ ਦੇ ਪੈਰ ਧਰਨ ਜੋਗੀ ਥਾਂ ਬਣਾਉਣ, ਪਰ ਕਈ ਘੋੜੇ ਇਸ ਤਰ੍ਹਾਂ ਥਿੜਕ ਕੇ ਖੱਡਾਂ ਵਿੱਚ ਜਾ ਪਏ ਅਤੇ ਮਰ ਗਏ। ਉੱਚੀਆਂ ਪਹਾੜੀਆਂ ਤੋਂ ਪਹਾੜੀਏ ਮੀਂਹ ਵਾਂਗ ਗੋਲੀਆਂ ਵਸਾ ਰਹੇ ਸਨ। ਅੰਤ ਸੁੱਖਾ ਸਿੰਘ ਨੇ ਹੁਕਮ ਦਿੱਤਾ ਕਿ ਜਾਨਾਂ ਦੀ ਪਰਵਾਹ ਨਾ ਕਰੋ ਅਤੇ ਪੈਦਲ ਸਿੰਘ ਪਹਾੜੀਆਂ ਚੜ੍ਹ ਜਾਓ। ਘੋੜਸਵਾਰਾਂ ਨੂੰ ਹੁਕਮ ਹੋਇਆ ਕਿ ਜਿੰਨਾ ਚਿਰ ਪੈਦਲ ਉੱਪਰ ਨਾ ਚੜ੍ਹ ਜਾਣ ਉਨਾ ਚਿਰ ਲਖਪਤ ਦੀ ਫੌਜ ਨੂੰ ਰੋਕੀ ਰੱਖੋ ਅਤੇ ਫਿਰ ਵੈਰੀ ਦਲ ਨੂੰ ਚੀਰ ਕੇ ਲਾਹੌਰ ਵੱਲ ਨਿਕਲ ਚੱਲੋ। ਜਿਹੜੇ ਸਿੰਘ ਪਹਾੜੀ ਚੜ੍ਹ ਗਏ ਉਹ ਵੈਰੀ ਨੂੰ ਮਾਰ ਕੁੱਟ ਕੇ ਅੱਗੇ ਨਿਕਲ ਗਏ ਅਤੇ ਅਸਵਾਰਾਂ ਨੂੰ ਪਿਛਾਂਹ ਦਾ ਰੁਖ ਕੀਤਾ। ਉੱਧਰ ਲਖਪਤ ਨੇ ਵੇਖਿਆ ਕਿ ਝੱਲਾਂ ਵਿੱਚ ਸਿੰਘ ਕਾਬੂ ਨਹੀਂ ਆਉਂਦੇ ਅਤੇ ਸ਼ਾਹੀ ਫੌਜਾਂ ਡਰਦੀਆਂ ਝੱਲਾਂ ਵਿੱਚ ਪੈਰ ਨਹੀਂ ਪਾਉਂਦੀਆਂ। ਸੋ ਉਹਨੇ ਮੁਲਖਈਆ ਇਕੱਠਾ ਕਰਕੇ ਝੱਲ ਵਢਾ ਕੇ ਵਿੱਚ ਰਾਹ ਬਣਾਉਣੇ ਚਾਹੇ। ਇਸ ਵਿੱਚ ਵੀ ਉਹਨੂੰ ਸਫਲਤਾ ਨਾ ਹੋਈ, ਕਿਉਂਕਿ ਸਿੰਘਾਂ ਨੇ ਝੱਲ ਸਾਫ਼ ਕਰਨ ਵਾਲੇ ਬੇਲਦਾਰਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਫਿਰ ਇਸ ਕੰਮ ਵਾਸਤੇ ਕੋਈ ਅਗਾਂਹ ਨਾ ਹੋਵੇ। ਲਖਪਤ ਨੇ ਝੱਲਾਂ ਨੂੰ ਅੱਗ ਲਵਾ ਦਿੱਤੀ। ਨਾਲ ਹੀ ਇਹ ਢੰਡੋਰਾ ਪਟਵਾਇਆ ਕਿ ਸਿੱਖ ਦਾ ਸਿਰ ਲਿਆਉਣ ਵਾਲੇ ਨੂੰ 5 ਰੁਪਏ ਇਨਾਮ ਦਿੱਤਾ ਜਾਵੇਗਾ। ਇਹ ਗੱਲ ਸੁਣ ਕੇ ਵੈਰੀ ਸਿੰਘਾਂ ਦੀ ਕਤਲਾਮ ਵਿੱਚ ਤੇਜ਼ ਹੋ ਗਏ। ਸਰਦਾਰ ਸੁੱਖਾ ਸਿੰਘ ਮਾੜੀ ਕੰਬੁਕੀ ਵਾਲੀ ਨੇ ਕਿਹਾ, ਸਿੰਘੋ, ਕਿਉਂ ਜਾਨ ਲੁਕਾਉਂਦੇ ਫਿਰਦੇ ਹੋ? ਹੁਣ ਇਸ ਤਰ੍ਹਾਂ ਲੁਕ ਲੁਕ ਕੇ ਮਰਨ ਨਾਲੋਂ ਸਿੱਧੇ ਹੋ ਕੇ ਵੈਰੀ ਨਾਲ ਲੜ ਕੇ ਮਰੋ। ਆਓ ਮੇਰੇ ਮਗਰ ਆਓ। ਜਿਸ ਨੇ ਮਰਦਾਂ ਵਾਂਗ ਲਖਪਤ ਨਾਲ ਲੜਨਾ ਹੈ, ਇਹ ਲਲਕਾਰਾ ਸੁਣ ਕੇ ਸਤਿ ਸ੍ਰੀ ਅਕਾਲ ਤੇ ਰਾਜ ਕਰੇਗਾ ਖਾਲਸਾ ਦੇ ਜੈਕਾਰੇ ਛੱਡਦੇ ਹੋਏ ਸਿੰਘ ਵੈਰੀ ਉੱਤੇ ਟੁੱਟ ਪਏ। ਬੜੀ ਘਮਸਾਨ ਦੀ ਲੜਾਈ ਹੋਈ। ਲਖਪਤ ਜੰਬੂਰਿਆਂ ਦੇ ਵਿਚਕਾਰ ਲਾਲ ਅੰਬਾਰੀ ਵਾਲੇ ਹਾਥੀ ਉੱਤੇ ਬੈਠਾ ਸੀ। ਸਰਦਾਰ ਸੁੱਖਾ ਸਿੰਘ ਨੇ ਸੂੰਹ ਕੱਢ ਕੇ ਲਖਪਤ ਉੱਤੇ ਹਮਲਾ ਕੀਤਾ। ਸਿੰਘ ਨੂੰ ਆਉਂਦਾ ਵੇਖ ਕੇ ਲਖਪਤ ਹਾਥੀ ਤੋਂ ਘੋੜੇ 'ਤੇ ਹੋ ਬੈਠਾ ਅਤੇ ਨੱਸਣ ਦੀ ਸੋਚਣ ਲੱਗਾ। ਐਨ ਉਸ ਵੇਲੇ ਜੰਬੂਰੇ ਦਾ ਇੱਕ ਗੋਲਾ ਸਰਦਾਰ ਸੁੱਖਾ ਸਿੰਘ ਦੀ ਲੱਤ 'ਤੇ ਆ ਵੱਜਾ ਅਤੇ ਪੱਟ ਤੋਂ ਲੱਤ ਟੁੱਟ ਗਈ। ਸਿੰਘ ਨੇ ਪੱਗ ਪਾੜ ਕੇ ਲੱਤ ਹੰਨੇ ਨਾਲ ਬੰਨ੍ਹ ਲਈ ਅਤੇ ਫਿਰ ਲੜਨ ਲੱਗਾ, ਪਰ ਉਹ ਆਪਣੇ ਨਿਸ਼ਾਨੇ 'ਤੇ ਨਾ ਪਹੁੰਚ ਸਕਿਆ। ਲਖਪਤ ਦੀ ਮਦਦ ਵਾਸਤੇ ਉਸ ਦਾ ਪੁੱਤਰ ਹਰਭਜ ਰਾਏ ਅਤੇ ਯਾਹੀਆ ਖਾਂ ਦਾ ਪੁੱਤਰ ਨਾਹਰ ਖਾਂ ਆਦਿ ਕਈ ਜਰਨੈਲ ਆ ਗਏ। ਸਰਦਾਰ ਸੁੱਖਾ ਸਿੰਘ ਦੀ ਮਦਦ ਵਾਸਤੇ ਸਰਦਾਰ ਜੱਸਾ ਸਿੰਘ ਅਤੇ ਹੋਰ ਕਈ ਸਰਦਾਰ ਆ ਗਏ। ਬੜੀ ਲਹੂ ਡੋਲਵੀਂ ਲੜਾਈ ਹੋਈ, ਜਿਸ ਵਿੱਚ ਸਿੱਖਾਂ ਨਾਲੋਂ ਲਖਪਤ ਦਾ ਕਈ ਗੁਣਾ ਵਧੇਰੇ ਨੁਕਸਾਨ ਹੋਇਆ। ਉਸ ਦਾ ਪੁੱਤਰ ਹਰਭਜ ਰਾਏ, ਸੂਬੇਦਾਰ ਯਾਹੀਆ ਖਾਂ ਦਾ ਪੁੱਤਰ ਨਾਹਰ ਖਾਂ, ਕਰਮ ਬਖਸ਼ ਫੌਜਦਾਰ ਰਸੂਲ ਨਗਰੀਆ ਅਤੇ ਮਖਮੂਰ ਖਾਂ ਆਦਿ ਕਈ ਸੂਰਮੇ ਸਿੰਘਾਂ ਹੱਥੋਂ ਮਾਰੇ ਗਏ।
ਸਾਰਿਆਂ ਸਿੰਘਾਂ ਨੇ ਜੋਸ਼ ਨਾਲ ਫਿਰ ਹੱਲਾ ਬੋਲਿਆ ਤੇ ਵੈਰੀ ਨੂੰ ਚੀਰ ਕੇ ਅੱਗੇ ਨਿਕਲ ਗਏ। ਇਹ ਘਟਨਾ 2 ਜੇਠ 1803 ਬਿਕਰਮੀ ਦੀ ਹੈ। ਸਿੰਘਾਂ ਨੂੰ ਪੰਜੇ ਚੋਂ ਨਿਕਲ ਕੇ ਵੇਖ ਕੇ ਵੈਰੀ ਬੇਹੌਸਲਾ ਹੋ ਗਿਆ। ਥੋੜੀ ਦੂਰ ਜਾ ਕੇ ਸਿੰਘਾਂ ਵੀ ਜੰਗਲ ਦੇ ਆਸਰੇ ਡੇਰੇ ਲਾ ਲਏ। ਰਾਤ ਨੂੰ ਸੁੱਖਾ ਸਿੰਘ ਤੇ ਜੱਸਾ ਸਿੰਘ ਨੇ ਸਿੰਘਾਂ ਨੂੰ ਕਿਹਾ, ਬਹਾਦਰੋ, ਅਸੀਂ ਵੈਰੀ ਦੇ ਘੇਰੇ ਵਿੱਚੋਂ ਨਿਕਲ ਕੇ ਆਏ ਹਾਂ, ਪਰ ਭਲਕ ਨੂੰ ਉਹ ਫੇਰ ਸਾਡਾ ਪਿੱਛਾ ਕਰੇਗਾ। ਸਾਡਾ ਪੰਧ ਅਜੇ ਦੁਰੇਡਾ ਹੈ, ਪਰ ਭਲਕ ਨੂੰ ਉਸ ਪੰਧ ਵਾਸਤੇ ਸਾਨੂੰ ਘੋੜਿਆਂ, ਹਥਿਆਰਾਂ ਤੇ ਹੋਰ ਵਰਤੋਂ ਦੀਆਂ ਚੀਜ਼ਾਂ ਦੀ ਲੋੜ ਹੈ। ਸੋਚੋ, ਉਹ ਸਾਨੂੰ ਕਿੱਥੋਂ ਮਿਲ ਸਕਦੀਆਂ ਹਨ? ਬਸ ਉਸੇ ਪੰਥ ਦੇ ਵੈਰੀ ਲੱਖੂ ਕੋਲੋਂ। ਸਾਨੂੰ ਨੱਸ ਗਏ ਸਮਝ ਕੇ ਵੈਰੀ ਬੇਫਿਕਰੀ ਨਾਲ ਸੁੱਤਾ ਪਿਆ ਹੈ। ਇਹ ਵੇਲਾ ਹੈ ਸਾਡੀ ਸਫਲਤਾ ਦਾ। ਸੁੱਤੇ ਪਏ ਵੈਰੀ ਉੱਤੇ ਹੱਲਾ ਕਰੋ ਤੇ ਮਨ ਭਾਉਂਦਾ ਸਮਾਨ ਲੈ ਆਓ। ਉਹਨਾਂ ਮਰਦਾਂ ਦਾ ਹੌਸਲਾ ਵੇਖੋ। ਅਖੇ ਤਾਂ ਵੈਰੀ ਦੇ ਘੇਰੇ ਵਿੱਚੋਂ ਨਿਕਲਣ ਦਾ ਕੋਈ ਰਾਹ ਨਹੀਂ ਲੱਭਦਾ, ਤੇ ਜੇ ਮਰ ਮਰਾ ਕੇ ਬਾਹਰ ਨਿਕਲੇ ਹੀ ਹਨ ਤਾਂ ਭੌਂ ਕੇ ਵੈਰੀ ਉੱਤੇ ਚੋਟ ਕਰਨ ਦੀ ਧਾਰ ਲਈ ਹੈ। ਗੁਰਮਤਾ ਪੱਕਾ ਹੋ ਗਿਆ। ਸੁੱਤੇ ਪਏ ਵੈਰੀ ਉੱਤੇ ਸਿੰਘਾਂ ਨੇ ਹੱਲਾ ਬੋਲ ਦਿੱਤਾ। ਜਿਹੜੇ ਕਾਬੂ ਆਏ ਤਲਵਾਰ ਦੀ ਧਾਰ ਲੰਘਾਏ ਤੇ ਜੋ ਕੁਛ ਹੱਥ ਲੱਗਾ ਸਮੇਟ ਕੇ ਚੱਲਦੇ ਬਣੇ। ਵੈਰੀ ਦੀਆਂ ਫੌਜਾਂ ਤਿਆਰ ਹੋਣ ਤੋਂ ਪਹਿਲਾਂ ਹੀ ਖਾਲਸਾ ਫੇਰ ਝੱਲ ਵਿੱਚ ਛਪਣ ਹੋ ਗਿਆ। ਇਸ ਘਟਨਾ ਨੇ ਲਖਪਤ ਦੇ ਅੰਦਰ ਨਵੇਂ ਸਿਰਿਓਂ ਅੱਗ ਲਾ ਦਿੱਤੀ। ਭਰਾ ਦਾ ਸੱਲ ਅਜੇ 8 ਰਿਹਾ ਨਹੀਂ ਸੀ ਕਿ ਨਵਾਂ ਪੁੱਤਰ ਦਾ ਸੱਲ ਸੀਨੇ ਪੈ ਗਿਆ। ਫਿਰ ਸਿੱਖਾਂ ਦੀ ਇਹ ਦਲੇਰੀ ਕਿ ਉਹ ਹਾਰ ਕੇ ਨੱਸੇ ਹੋਏ ਭੌਂ ਕੇ ਸ਼ਾਹੀ ਫੌਜ ਉੱਤੇ ਛਾਪਾ ਮਾਰਨ। ਲਖਪਤ ਨੇ ਮੁਲਖਈਆ ਇਕੱਠਾ ਕਰਕੇ ਢੋਲ ਵਜਾ ਕੇ ਝੱਲ ਵਿੱਚੋਂ ਸ਼ਿਕਾਰ ਵਾਂਗ ਸਿੱਖਾਂ ਨੂੰ ਭਾਲਣ ਤੇ ਲਾ ਦਿੱਤਾ। ਸਿੰਘਾਂ ਆਪਣਾ ਵਾਰ ਕਰਕੇ ਹਰਨ ਹੋਣ ਦੀ ਕੀਤੀ। ਉਹ ਰਾਵੀ ਦੇ ਸੱਜੇ ਕੰਢੇ ਲਾਹੌਰ ਨੂੰ ਆ ਰਹੇ ਸਨ। ਲਖਪਤ ਵੀ ਪਿੱਛਾ ਦਬਾਈ ਮਗਰੇ ਆ ਰਿਹਾ ਸੀ। ਸਿੰਘਾਂ ਨੇ ਰਾਵੀਓਂ ਪਾਰ ਹੋਣ ਦੀ ਠਾਣੀ। ਉਹ ਦੁਪਹਿਰ ਵੇਲੇ ਰਾਵੀ ਦੇ ਕੰਢੇ ਆ ਪੜੇ। ਦੱਬ ਤੇ ਕਾਨਿਆਂ ਦੇ ਤੁੱਲੇ ਬਣਾ ਕੇ ਸਿੰਘ ਰਾਵੀਓਂ ਪਾਰ ਹੋਏ। ਘੋੜਸਵਾਰ ਤਦ ਤੱਕ ਦਰਿਆ ਟੱਪ ਕੇ ਖੱਬੇ ਪਾਸੇ ਖੜੇ ਰਹੇ ਜਦ ਤੱਕ ਸਾਰਾ ਜਥਾ ਪਾਰ ਨਾ ਹੋਇਆ। ਅਗਲੇ ਪਾਸੇ 3 ਮੀਲ ਤੱਕ ਬਰੇਤੀ ਸੀ। ਅੱਗ ਵਾਂਗ ਤਪੀ ਹੋਈ ਰੇਤ ਤੇ ਪੈਦਲ ਵਿੱਚੋਂ ਬਹੁਤਿਆਂ ਦੇ ਪੈਰ ਨੰਗੇ। ਸਵਾਰ ਤਾਂ ਬਰੇੜਾ ਸੌਖੇ ਹੀ ਲੰਘ ਗਏ, ਪਰ ਪੈਦਲਾਂ ਦੇ ਭਾਅ ਦੀ ਬੁਰੀ ਬਣੀ। ਪੈਰੀਂ ਛਾਲੇ ਪੈ ਗਏ। ਉਹ ਤਨ ਦੇ ਕੱਪੜੇ ਪਾੜ ਕੇ ਪੈਰਾਂ ਤੇ ਬੰਨ੍ਹ ਕੇ ਉਸ ਮੁਸੀਬਤ ਚੋਂ ਨਿਕਲੇ। ਅੱਗੇ ਰਾਮੇ ਰੰਧਾਵੇ ਦਾ ਇਲਾਕਾ ਸੀ। ਉਹ ਆਪਣੀਆਂ ਧਾੜਾਂ ਲਈ ਸਿੰਘਾਂ ਦਾ ਰਾਹ ਰੋਕੀ ਖੜਾ ਸੀ, ਜਿਹੜੇ ਲਖਪਤ ਦੀਆਂ ਸ਼ਾਹੀ ਫੌਜਾਂ ਦੇ ਘੇਰੇ ਵਿੱਚੋਂ ਨਿਕਲ ਆਏ ਸਨ। ਉਹ ਰਾਮੇ ਦੀਆਂ ਵਾਰਾਂ ਦੇ ਰੋਕੇ ਕਦ ਰਹਿ ਸਕਦੇ ਸਨ। 2-2 ਹੱਥ ਕਰਕੇ ਸਿੰਘ ਸ਼੍ਰੀ ਹਰਗੋਬਿੰਦਪੁਰ ਦੇ ਪੱਤਣ ਤੇ ਜਾ ਪੁੱਜੇ। ਇੱਥੋਂ ਬਿਆਸ ਟੱਪ ਕੇ ਉਹਨਾਂ ਦੁਆਬੇ ਵਿੱਚ ਜਾ ਦਿਹਾੜੀ ਕੱਟੀ। ਉੱਥੇ ਅੱਗੇ ਅਦੀਨਾ ਵੇਗ ਫੌਜਾਂ ਲੈ ਕੇ ਚੜ੍ਹ ਆਇਆ। ਉੱਥੇ ਵੀ ਸਿੰਘਾਂ ਨੂੰ ਟਿਕਣਾ ਔਖਾ ਹੋ ਗਿਆ। ਉਹ ਉੱਥੋਂ ਵਾਹੋਦਾਹੀ ਚੱਲੇ ਤੇ ਅਲੀਵਾਲ ਦੇ ਪੱਤਣੋਂ ਲੰਘ ਕੇ ਮਾਲਵੇ ਵਿੱਚ ਜਾ ਪੁੱਜੇ। ਸਰਦਾਰ ਜੱਸਾ ਸਿੰਘ ਕੋਟਕਪੂਰੇ, ਸਰਦਾਰ ਹਰੀ ਸਿੰਘ ਦਿਆਲਪੁਰੇ, ਸਰਦਾਰ ਨੌਂਦ ਸਿੰਘ ਪਥਰਾਲੇ ਤੇ ਬਾਬਾ ਦੀਪ ਸਿੰਘ ਨੇ ਲੱਖੀ ਜੰਗਲ ਵਿੱਚ ਜਾ ਡੇਰੇ ਲਾਏ। ਸਰਦਾਰ ਸੁੱਖਾ ਸਿੰਘ ਦਾ ਜਥਾ ਜੈਤੋ ਜਾ ਉਤਰਿਆ। ਉੱਥੇ ਉਸਨੇ ਲੱਤ ਖੋਲ੍ਹੀ ਤੇ ਫੱਟ ਬੰਨ੍ਹ ਤੋਂ ਬਣਾਈ। 5-6 ਮਹੀਨੇ ਉਹ ਇਸੇ ਤਕਲੀਫ ਨਾਲ ਮੰਜੇ ਤੇ ਪਿਆ ਰਿਹਾ। ਲੱਤ ਠੀਕ ਹੋ ਗਈ ਤਾਂ ਉਹ ਸੂਰਮਾ ਫੇਰ ਪਹਿਲਾਂ ਵਾਂਗ ਹੀ ਮੁਹਿੰਮਾਂ ਮਾਰਨ ਲੱਗਾ। ਜਿਹੜੇ ਸਿੰਘ ਪਹਾੜਾਂ ਤੇ ਚੜ੍ਹ ਗਏ ਸਨ ਉਹਨਾਂ ਵੀ ਬੜੀ ਔਖਿਆਈ ਝੱਲੀ। ਪਹਾੜੀਏ ਉਹਨਾਂ ਦੇ ਬੈਰੀ ਬਣ ਗਏ। ਜੇ ਉਹ ਇੱਕ ਥਾਂ ਤੋਂ ਰਾਤ ਬਰਾਤੇ ਨੱਸ ਕੇ ਦੂਜੇ ਥਾਂ ਜਾਂਦੇ ਤਾਂ ਉਹੋ ਜਿਹਾ ਹੀ ਸਲੂਕ ਅੱਗੇ ਹੁੰਦਾ। ਉਹਨਾਂ ਨੂੰ ਮੁੱਲ ਨੂੰ ਵੀ ਕੋਈ ਚੀਜ਼ ਨਾ ਦਿੰਦਾ। ਬੜੀਆਂ ਔਕੜਾਂ ਕੱਟਦੇ ਉਹ ਮੰਡੀ ਤੇ ਕੁੱਲੂ ਵਿੱਚ ਦੀ ਪਹਾੜੋਂ ਪਹਾੜੀ ਚੱਲਦੇ ਹੋਏ 5-6 ਮਹੀਨੇ ਪਿੱਛੋਂ ਕੀਰਤਪੁਰ ਜਾ ਪਹੁੰਚੇ। 6 ਮਹੀਨੇ ਪਿੱਛੋਂ ਸਿੰਘ ਚਿੱਠੀਆਂ ਪਾ ਕੇ ਤੇ ਸੁਨੇਹੇ ਘੱਲ ਕੇ ਇਕੱਠੇ ਹੋਏ।
ਜਿਹੜੇ ਬਸੋਲੀ ਆਦਿ ਥਾਵਾਂ ਦੇ ਪਹਾੜੀਆਂ ਨੇ ਕੈਦ ਕਰ ਲਏ ਕਰਕੇ ਸਿੰਘ ਫੜਾਏ, ਤੇ ਜਿਹੜੇ ਲਖਪਤ ਦੀ ਫੌਜ ਨੇ ਕੁਝ ਫੜੇ, ਸਾਰੇ ਲਾਹੌਰ ਲਿਆ ਕੇ ਬੁਰੇ ਤਸੀਹੇ ਦੇ ਕੇ ਕਤਲ ਕੀਤੇ ਗਏ। ਲਾਹੌਰ ਦੇ ਦਰਵਾਜ਼ਿਆਂ ਉੱਤੇ ਸਿੰਘਾਂ ਦੇ ਸਿਰਾਂ ਦੇ ਮੁਨਾਰੇ ਉਸਾਰੇ ਗਏ। ਮਾਰਚ ਦੇ ਅਖੀਰ ਜਾਂ ਅਪ੍ਰੈਲ ਦੇ ਆਰੰਭ ਵਿੱਚ ਲਖਪਤ ਨੇ ਸਿੰਘਾਂ ਉੱਤੇ ਚੜ੍ਹਾਈ ਕੀਤੀ ਤੇ ਜੂਨ ਦੇ ਅਖੀਰ ਵਿੱਚ ਵਾਪਸ ਮੁੜਿਆ। ਇਹਨਾਂ 2.5 ਮਹੀਨਿਆਂ ਵਿੱਚ ਹਜ਼ਾਰਾਂ ਸਿੰਘ ਕਤਲ ਹੋਏ। ਸਿੱਖ ਇਤਿਹਾਸ ਵਿੱਚ ਇਸ ਨੂੰ ਛੋਟਾ ਘੱਲੂਘਾਰਾ ਕਹਿੰਦੇ ਹਨ। ਕੁਦਰਤ ਨੂੰ ਇਹ ਭਾਉਂਦਾ ਸੀ ਕਿ ਸਿੱਖਾਂ ਨੂੰ ਸਿਰ ਉਠਾਉਣ ਦਾ ਸਮਾਂ ਮਿਲੇ, ਸੋ ਉਹਨੇ ਖਾਨ ਬਹਾਦਰ ਦੇ ਪੁੱਤਰਾਂ ਵਿੱਚ ਫੁੱਟ ਪਾ ਦਿੱਤੀ। ਸ਼ਾਹ ਨਿਵਾਜ਼ ਖਾਂ ਸਣੇ ਫੌਜ 21 ਨਵੰਬਰ 1746 ਈਸਵੀ ਨੂੰ ਸ਼ਾਲਾਮਾਰ ਬਾਗ ਆ ਉਤਰਿਆ। ਅਦੀਨਾ ਬੇਗ, ਕੌੜਾ ਮੱਲ ਤੇ ਹਮਸ਼ਤੁੱਲਾ ਖਾਂ ਵੀ ਉਸ ਨਾਲ ਆ ਮਿਲੇ। ਉਹਨਾਂ ਦੀਵਾਨ ਸੂਰਤ ਸਿੰਘ ਨੂੰ ਯਹੀਆ ਖਾਂ ਕੋਲ ਭੇਜਿਆ ਕਿ ਖਾਨ ਬਹਾਦਰ ਦੀ ਜਾਇਦਾਦ ਵਿੱਚੋਂ ਪੂਰਾ ਹਿੱਸਾ ਵੰਡ ਕੇ ਦੇਵੇ। ਯਹੀਆ ਖਾਂ ਨੂੰ ਵੀ ਆਪਣੀ ਤਾਕਤ ਉੱਤੇ ਮਾਣ ਸੀ, ਸੋ ਉਹ ਅੱਗੋਂ ਲੜਾਈ ਵਾਸਤੇ ਤਿਆਰ ਹੋ ਪਿਆ। ਉਹ ਸਣੇ ਆਪਣੇ ਮਾਤਹਿਤਾ ਮੋਮਨ ਖਾਂ, ਲਖਪਤ ਰਾਏ, ਮੀਰ ਨਿਆਮਤ ਖਾਂ ਤੇ ਮੀਰ ਅਮੀਨ ਬੇਗ ਮੈਦਾਨ ਵਿੱਚ ਆ ਗਿਆ। ਦੋਹਾਂ ਭਰਾਵਾਂ ਵਿੱਚ ਚੰਗੀ ਤਲਵਾਰ ਖੜਕੀ। ਅਜੇ ਦੋਹਾਂ ਵਿੱਚੋਂ ਕਿਸੇ ਦੀ ਵੀ ਤਿਆਰੀ ਪੂਰੀ ਨਹੀਂ ਸੀ ਕਿ ਸੋ ਯਹੀਆ ਖਾਂ ਨੇ ਸ਼ਾਹ ਨਿਵਾਜ਼ ਨੂੰ 6 ਲੱਖ ਰੁਪਏ ਦੇ ਕੇ ਸੁਲ੍ਹਾ ਕਰ ਲਈ। ਸ਼ਾਹ ਨਿਵਾਜ਼ ਲਾਹੌਰ ਛੱਡ ਕੇ ਬਟਾਲੇ ਨੂੰ ਚਲਾ ਗਿਆ ਤੇ ਉੱਥੇ ਯਹੀਆ ਖਾਂ ਦਾ ਬਹੁਤ ਸਾਰਾ ਇਲਾਕਾ ਮੱਲ ਲਿਆ। ਇਹ ਸੁਣ ਕੇ ਯਹੀਆ ਖਾਂ ਭੜਕ ਉੱਠਿਆ ਤੇ ਲੜਾਈ ਦੀ ਤਿਆਰੀ ਕਰਨ ਲੱਗਾ। ਪਰ ਇਸ ਤੋਂ ਪਹਿਲਾਂ ਹੀ ਕਿ ਯਹੀਆ ਖਾਂ ਹਮਲਾ ਕਰੇ, ਸ਼ਾਹ ਨਿਵਾਜ਼ ਫਿਰ ਲਾਹੌਰ ਆ ਗਿਆ। 17 ਮਾਰਚ 1747 ਈਸਵੀ ਨੂੰ ਦੋਹਾਂ ਭਰਾਵਾਂ ਵਿੱਚ ਬੜੀ ਲਹੂ ਡੋਲਵੀਂ ਲੜਾਈ ਹੋਈ। ਇਸ ਜੰਗ ਵਿੱਚ ਯਹੀਆ ਖਾਂ ਹਾਰ ਗਿਆ। ਸ਼ਾਹ ਨਿਵਾਜ਼ 21 ਮਾਰਚ ਨੂੰ ਲਾਹੌਰ ਵਿੱਚ ਵੜਿਆ ਤੇ ਉੱਥੋਂ ਦਾ ਸੂਬੇਦਾਰ ਬਣਿਆ। ਉਹਨੇ ਯਹੀਆ ਖਾਂ, ਦੀਵਾਨ ਲਖਪਤ ਰਾਏ ਤੇ ਮੋਮਨ ਖਾਂ ਨੂੰ ਕੈਦ ਕਰ ਲਿਆ। ਉਹਨੇ ਪੁਰਾਣੇ ਸਾਰੇ ਅਫਸਰ ਹਟਾ ਕੇ ਨਵੇਂ ਥਾਪ ਦਿੱਤੇ। ਲਖਪਤ ਦੀ ਥਾਂ ਉਹਨੇ ਆਪਣਾ ਦੀਵਾਨ ਕੌੜਾ ਮੱਲ ਨੂੰ ਬਣਾਇਆ ਤੇ ਅਦੀਨਾ ਬੇਗ ਖਾਂ ਨੂੰ ਦੁਆਬਾ ਜਲੰਧਰ ਦੀ ਫੌਜਦਾਰੀ ਦਿੱਤੀ। ਸ਼ਾਹ ਨਿਵਾਜ਼ ਨੇ ਆਪਣੇ ਰਾਜਦੂਤ ਦਿੱਲੀ ਬਾਦਸ਼ਾਹ ਦੇ ਤੇ ਵਜ਼ੀਰ ਕੋਲ ਭੇਜੇ ਕਿ ਉਸ ਨੂੰ ਕਾਨੂੰਨੀ ਤੌਰ ਤੇ ਲਾਹੌਰ ਦਾ ਸੂਬੇਦਾਰ ਮੰਨ ਲਿਆ ਜਾਵੇ। ਯਹੀਆ ਖਾਂ ਦਿੱਲੀ ਦੇ ਵਜ਼ੀਰ ਕਮਰੂਦੀਨ ਖਾਂ ਦਾ ਜਵਾਈ ਸੀ। ਵਜ਼ੀਰ ਨੇ ਸ਼ਾਹ ਨਿਵਾਜ਼ ਨੂੰ ਲਿਖਿਆ ਕਿ ਪਹਿਲਾਂ ਯਹੀਆ ਖਾਂ ਨੂੰ ਰਿਹਾ ਕਰੋ, ਫਿਰ ਸੂਬੇਦਾਰੀ ਦੀ ਦਰਖਾਸਤ ਸੁਣੀ ਜਾਵੇਗੀ। ਅੱਗੋਂ ਸ਼ਾਹ ਨਿਵਾਜ਼ ਨੇ ਲਿਖਿਆ, ਮੈਨੂੰ ਪਹਿਲਾਂ ਸੂਬੇਦਾਰੀ ਦੀ ਸਨਦ ਭੇਜੋ, ਫਿਰ ਯਹੀਆ ਖਾਂ ਨੂੰ ਰਿਹਾ ਕੀਤਾ ਜਾਵੇਗਾ। ਇਸੇ ਝਗੜੇ ਵਿੱਚ ਕੁਝ ਸਮਾਂ ਲੰਘ ਗਿਆ। ਯਹੀਆ ਖਾਂ ਦੀ ਭੂਆ ਦਰਦਾਨਾ ਬੇਗਮ ਉਸ ਵੇਲੇ ਲਾਹੌਰ ਵਿੱਚ ਹੀ ਸੀ। ਉਹਨੇ ਇੱਕ ਵੱਡੇ ਸਾਰੇ ਵਲਟੋਹੇ ਵਿੱਚ ਯਹੀਆ ਖਾਂ ਨੂੰ ਲੁਕਾ ਕੇ ਆਪਣੇ ਨੌਕਰਾਂ ਨੂੰ ਚੁਕਵਾ ਕੇ ਕੈਦ ਵਿੱਚੋਂ ਬਾਹਰ ਨਸਾ ਦਿੱਤਾ। ਇਸ ਗੱਲ ਦਾ ਪਤਾ ਸ਼ਾਹ ਨਿਵਾਜ਼ ਖਾਂ ਨੂੰ ਲੱਗਾ ਤਾਂ ਉਹ ਆਪਣੀ ਭੂਆ ਨਾਲ ਬੜਾ ਨਾਰਾਜ਼ ਹੋਇਆ। ਦਰਦਾਨਾ ਬੇਗਮ ਨੇ ਅੱਗੋਂ ਉੱਤਰ ਦਿੱਤਾ ਕਿ ਜੇ ਯਹੀਆ ਖਾਂ ਤੈਨੂੰ ਕੈਦ ਕਰ ਲੈਂਦਾ ਤਾਂ ਮੈਂ ਤੈਨੂੰ ਵੀ ਭਰਾ ਦੀ ਕੈਦ ਵਿੱਚੋਂ ਛੁਡਾਉਣ ਵਾਸਤੇ ਇਹ ਕੁਛ ਕਰਦੀ। ਯਹੀਆ ਖਾਂ ਜੁਲਾਈ ਦੇ ਅਖੀਰ ਵਿੱਚ ਕੈਦ ਵਿੱਚੋਂ ਨੱਸਿਆ ਸੀ। ਹੁਣ ਸ਼ਾਹ ਨਿਵਾਜ਼ ਬੜਾ ਡਰਿਆ। ਉਹਨੂੰ ਦਿੱਲੀ ਦੇ ਬਾਦਸ਼ਾਹ ਵੱਲੋਂ ਸੂਬੇਦਾਰੀ ਦੀ ਸਨਦ ਦੀ ਆਸ ਨਾ ਰਹੀ। ਅੰਤ ਉਹਨੇ ਅਫਗਾਨਿਸਤਾਨ ਦੇ ਬਾਦਸ਼ਾਹ ਦਾ ਆਸਰਾ ਲਿਆ। ਅਫਗਾਨਿਸਤਾਨ ਦਾ ਬਾਦਸ਼ਾਹ ਉਸ ਵੇਲੇ ਅਹਿਮਦ ਸ਼ਾਹ ਅਬਦਾਲੀ ਸੀ। ਅਹਿਮਦ ਸ਼ਾਹ ਸਦੋਜ਼ਈ ਘਰਾਣੇ ਵਿੱਚੋਂ ਸੀ। ਉਸ ਦਾ ਪਿਤਾ ਕਦੇ ਮੁਲਤਾਨ ਆ ਵਸਿਆ ਸੀ। ਇੱਥੇ ਹੀ ਉਹਦੇ ਘਰ ਅਹਿਮਦ ਜੰਮਿਆ। ਨਾਦਰ ਦੇ ਬਾਦਸ਼ਾਹ ਬਣਨ ਤੋਂ ਕੁਝ ਚਿਰ ਪਹਿਲਾਂ ਅਹਿਮਦ ਦਾ ਪਿਤਾ ਤੇ ਵੱਡਾ ਭਰਾ ਫਿਰ ਆਪਣੇ ਪੁਰਾਣੇ ਘਰ ਸੂਬਾ ਹੈਰਾਤ ਵਿੱਚ ਜਾ ਵਸੇ। ਨਾਦਰ ਬਾਦਸ਼ਾਹ ਬਣਿਆ ਤਾਂ ਜ਼ਮਾਨ ਖਾਂ ਸਣੇ ਦੋਹਾਂ ਪੁੱਤਰਾਂ ਦੀ ਉਸ ਦੀ ਨੌਕਰੀ ਵਿੱਚ ਆ ਗਿਆ। ਆਪਣੀ ਕਾਬਲੀਅਤ ਦਾ ਸਦਕਾ ਜ਼ੁਲਫਖਾਰ ਖਾਂ
हेरात दा सूबेदार बनिया ते अहमद शाह नादर दियां फौजां दा प्रधान सैनापति। 9 जून 1747 ਦੀ ਰਾਤ ਨੂੰ ਨਾਦਰ ਸ਼ਾਹ ਆਪਣੇ ਨੌਕਰਾਂ ਹੱਥੋਂ ਕਤਲ ਹੋ ਗਿਆ। ਅਹਿਮਦ ਸ਼ਾਹ ਨੇ ਨਾਦਰ ਦੇ ਖੂਨੀਆਂ ਨੂੰ ਸ਼ਖਸਤ ਦੇ ਕੇ ਅਫਗਾਨਿਸਤਾਨ ਦੀ ਬਾਦਸ਼ਾਹੀ ਆਪ ਸੰਭਾਲ ਲਈ। ਹੁਣ ਅਬਦਾਲੀ ਅਹਿਮਦ ਸ਼ਾਹ ਦਰਾਨੀ ਲਕਬ ਧਾਰਨ ਕਰਕੇ ਬਾਦਸ਼ਾਹ ਬਣਿਆ। ਸ਼ਾਹ ਵਲੀ ਖਾਂ ਉਸ ਦਾ ਵਜ਼ੀਰ ਤੇ ਜਹਾਨ ਖਾਂ ਪ੍ਰਧਾਨ ਸੈਨਾਪਤੀ ਬਣੇ। ਸਾਰੇ ਅਫਗਾਨਿਸਤਾਨ ਤੇ ਕਬਜ਼ਾ ਜਮਾ ਕੇ ਫਿਰ ਅਬਦਾਲੀ ਨੇ ਹਿੰਦ ਵੱਲ ਮੂੰਹ ਕੀਤਾ। ਉਸਨੇ ਪਿਸ਼ਾਵਰ ਉੱਤੇ ਕਬਜ਼ਾ ਕਰ ਲਿਆ ਤੇ ਉੱਥੋਂ ਦੇ ਪੁਰਾਣੇ ਸੂਬੇਦਾਰ ਨਾਸਰ ਖਾਂ ਨੂੰ ਉੱਥੋਂ ਮਾਰ ਭਜਾਇਆ। ਅਦੀਨਾ ਬੇਗ ਦੀ ਸਲਾਹ ਨਾਲ ਸ਼ਾਹ ਨਵਾਜ਼ ਨੇ ਅਹਿਮਦ ਸ਼ਾਹ ਅਬਦਾਲੀ ਕੋਲੋਂ ਮਦਦ ਮੰਗੀ ਤੇ ਸੂਬਾ ਮੁਲਤਾਨ, ਲਾਹੌਰ ਤੇ ਕਸ਼ਮੀਰ ਉੱਤੇ ਕਬਜ਼ਾ ਕਰਨ ਦੀ ਉਸ ਪਾਸ ਬੇਨਤੀ ਕੀਤੀ। ਉਹਨੇ ਲਿਖਿਆ ਕਿ ਬਾਦਸ਼ਾਹੀ ਅਹਿਮਦ ਸ਼ਾਹ ਦੀ ਹੋਵੇਗੀ ਤੇ ਵਜ਼ੀਰੀ ਸ਼ਾਹ ਨਵਾਜ਼ ਦੀ। ਅਦੀਨਾ ਬੇਗ ਨੇ ਇਧਰ ਤਾਂ ਸ਼ਾਹ ਨਵਾਜ਼ ਨੂੰ ਇਹ ਪੱਟੀ ਪੜ੍ਹਾਈ ਤੇ ਉਧਰ ਦਿੱਲੀ ਦੇ ਵਜ਼ੀਰ ਕਮਰੁਦੀਨ ਨੂੰ ਲਿਖ ਭੇਜਿਆ ਕਿ ਸ਼ਾਹ ਨਵਾਜ਼ ਤੇ ਅਹਿਮਦ ਸ਼ਾਹ ਅਬਦਾਲੀ ਨੂੰ ਬੁਲਾ ਲਿਆ ਹੈ। ਵਜ਼ੀਰ ਸ਼ਾਹ ਨਵਾਜ਼ ਦਾ ਮਾਮਾ ਸੀ। ਉਹਨੇ ਬੜੇ ਪ੍ਰੇਮ ਨਾਲ ਰਿਸ਼ਤੇਦਾਰੀ ਦਾ ਵਾਸਤਾ ਪਾ ਕੇ ਸ਼ਾਹ ਨਵਾਜ਼ ਨੂੰ ਲਿਖਿਆ, ਜਦ ਨੂੰ ਲੀਕ ਨਾ ਲਾ। ਦਿੱਲੀ ਦੇ ਬਾਦਸ਼ਾਹ ਨਾਲ ਗਦਾਰੀ ਕਰਨ ਦੀ ਥਾਂ ਲੁਟੇਰੇ ਅਬਦਾਲੀ ਦਾ ਟਾਕਰਾ ਕਰ। ਇਸ ਤਰ੍ਹਾਂ ਸੂਬਾ ਲਾਹੌਰ, ਮੁਲਤਾਨ, ਕਸ਼ਮੀਰ ਤੇ ਕਾਬਲ ਤੇਰੇ ਹੱਥ ਵਿੱਚ ਹੋਣਗੇ। ਤੇਰਾ ਮਾਮਾ ਇਸ ਨੇਕ ਕੰਮ ਵਿੱਚ ਜ਼ਰੂਰ ਤੇਰੀ ਮਦਦ ਕਰੇਗਾ। ਇਹ ਚਿੱਠੀ ਪੜ੍ਹ ਕੇ ਸ਼ਾਹ ਨਵਾਜ਼ ਅਬਦਾਲੀ ਨਾਲੋਂ ਟੁੱਟ ਕੇ ਦਿੱਲੀ ਦੇ ਬਾਦਸ਼ਾਹ ਨਾਲ ਗੰਢਿਆ ਗਿਆ। ਅਬਦਾਲੀ ਦਿੱਲੀ ਸਰਕਾਰ ਦੀ ਕਮਜ਼ੋਰੀ ਤੋਂ ਚੰਗੀ ਤਰ੍ਹਾਂ ਜਾਣੂ ਸੀ। ਨਾਦਰ ਦੇ ਹਮਲੇ ਵੇਲੇ ਉਹ ਉਸ ਦੇ ਨਾਲ ਦਿੱਲੀ ਆਇਆ ਸੀ। ਸ਼ਾਹ ਨਵਾਜ਼ ਦਾ ਬੁਲਾਵਾ ਮੰਨ ਕੇ ਉਹ ਹਿੰਦ ਉੱਤੇ ਹਮਲਾ ਕਰਨ ਵਾਸਤੇ ਤਿਆਰ ਹੋ ਪਿਆ। ਉਹ ਅੱਧ ਦਸੰਬਰ 1747 ਈਸਵੀ ਨੂੰ ਪਿਸ਼ਾਵਰ ਤੋਂ ਤੁਰ ਪਿਆ। ਅਟਕ ਪਹੁੰਚ ਕੇ ਉਹਨੇ ਆਪਣਾ ਰਾਜਦੂਤ ਗੁਰਾ ਖਾਂ ਲਾਹੌਰ ਭੇਜਿਆ। ਸ਼ਾਹ ਨਵਾਜ਼ ਨੇ ਅੱਗੋਂ ਉਹਦੀ ਗੱਲ ਤੱਕ ਨਾ ਸੁਣੀ, ਕਿਉਂਕਿ ਉਹਦੇ ਉੱਤੇ ਦਿੱਲੀ ਦੇ ਵਜ਼ੀਰ ਦਾ ਜਾਦੂ ਚੱਲ ਗਿਆ ਹੋਇਆ ਸੀ। ਗੁਰਾ ਖਾਂ ਵਾਪਸ ਰੋਹਤਾਸ ਜਾ ਕੇ ਅਬਦਾਲੀ ਨੂੰ ਮਿਲਿਆ। ਅਬਦਾਲੀ ਨੇ ਫਿਰ ਆਪਣੇ ਮੁਰਸ਼ਦ ਸੈਯਦ ਸਾਬਰ ਸ਼ਾਹ ਨੂੰ ਲਾਹੌਰ ਭੇਜਿਆ। ਸ਼ਾਹ ਨਵਾਜ਼ ਨੇ ਸੜਦਾ ਬਲਦਾ ਸਿੱਕਾ ਢਾਲ ਕੇ ਸਾਬਰ ਸ਼ਾਹ ਦੇ ਮੂੰਹ ਵਿੱਚ ਪਾ ਕੇ ਮਾਰ ਦਿੱਤਾ। ਇਹ ਖਬਰ ਸੁਣ ਕੇ ਅਬਦਾਲੀ ਕ੍ਰੋਧ ਦਾ ਭਰਿਆ ਛੇਤੀ ਪੰਧ ਮੁਕਾਉਂਦਾ ਹੋਇਆ 8 ਜਨਵਰੀ 1748 ਈਸਵੀ ਨੂੰ ਰਾਵੀ ਕੰਢੇ ਆ ਪੁੱਜਾ ਤੇ 10 ਜਨਵਰੀ ਨੂੰ ਰਾਵੀ ਕੰਢੇ ਸ਼ਾਹਦਰੇ ਆ ਬੈਠਾ। ਉਸ ਕੋਲ ਕੇਵਲ 18,000 ਫੌਜ ਸੀ ਤੇ ਤੋਪਖਾਨਾ ਕੋਈ ਨਹੀਂ ਸੀ। ਦੂਜੇ ਪਾਸੇ ਸ਼ਾਹ ਨਵਾਜ਼ ਮੀਆਂ ਮੀਰ ਮੋਰਚੇ ਮੱਲੀ ਬੈਠਾ ਸੀ। ਉਸ ਕੋਲ 70,000 ਫੌਜ ਤੇ ਬੜਾ ਭਾਰੀ ਤੋਪਖਾਨਾ ਸੀ। 11 ਜਨਵਰੀ ਨੂੰ ਦੋਹਾਂ ਦਲਾਂ ਵਿੱਚ ਬੜੀ ਭਾਰੀ ਲੜਾਈ ਹੋਈ। ਸ਼ਾਹ ਨਵਾਜ਼ ਦਾ ਜਰਨੈਲ ਹਮਸ਼ਤੁੱਲਾ ਖਾਂ ਲੜਾਈ ਵਿੱਚ ਮਾਰਿਆ ਗਿਆ ਤੇ ਜੁਮਲਾ ਖਾਂ ਕਸੂਰੀ ਸਣੇ ਫੌਜ ਅਬਦਾਲੀ ਨਾਲ ਮਿਲ ਗਿਆ। ਇਸ ਲੜਾਈ ਵਿੱਚ ਸ਼ਾਹ ਨਵਾਜ਼ ਦੀ ਫੌਜ ਪੂਰੀ ਤਰ੍ਹਾਂ ਹਾਰ ਗਈ। ਉਸੇ ਰਾਤ ਉਹ ਦਿੱਲੀ ਨੂੰ ਨੱਸ ਗਿਆ ਤੇ ਉਸ ਦੇ ਮਗਰੇ ਉਹਦੇ ਜਰਨੈਲ ਵੀ। 12 ਜਨਵਰੀ ਨੂੰ ਅਬਦਾਲੀ ਨੇ ਮੁਗਲਪੁਰਾ ਤੇ ਉਹਦੇ ਨੇੜੇ ਤੇੜੇ ਦੇ ਮਹੱਲੇ ਲੁੱਟ ਲਏ। ਸ਼ਾਹ ਨਵਾਜ਼ ਦੇ ਡੇਰੇ ਵਿੱਚੋਂ ਬੇਅੰਤ ਜੰਗੀ ਸਮਾਨ ਅਬਦਾਲੀ ਦੇ ਹੱਥ ਲੱਗਾ। ਹੁਣ ਹੋਰ ਟਾਕਰਾ ਕਰਨ ਵਾਲਾ ਰਹਿ ਕੋਈ ਨਹੀਂ ਸੀ ਗਿਆ, ਸੋ ਸਾਰੇ ਸ਼ਹਿਰ ਉੱਤੇ ਅਬਦਾਲੀ ਦਾ ਕਬਜ਼ਾ ਹੋ ਗਿਆ। ਯਾਹਿਆ ਖਾਂ ਦੇ ਪੁਰਾਣੇ ਅਫਸਰ ਮੋਮਨ ਖਾਂ ਕਸੂਰੀ, ਦੀਵਾਨ ਲਖਪਤ ਰਾਏ ਆਦਿ ਜੋ ਸ਼ਾਹ ਨਵਾਜ਼ ਦੀ ਕੈਦ ਵਿੱਚ ਸਨ, ਅਬਦਾਲੀ ਨੇ ਰਿਹਾ ਕਰ ਦਿੱਤੇ। ਸ਼ਹਿਰ ਦੇ ਪਤਵੰਤਿਆਂ ਦੀ ਬੇਨਤੀ ਮੰਨ ਕੇ ਅਬਦਾਲੀ ਨੇ ਲਾਹੌਰ ਵਿੱਚ ਲੁੱਟ ਨਾ ਪਾਈ, ਪਰ ਇਸ ਬਦਲੇ 30 ਲੱਖ ਨਜ਼ਰਾਨਾ ਮੰਗਿਆ। ਇਸ ਵਿੱਚੋਂ 22 ਲੱਖ ਉਸੇ ਦਿਨ ਤਾਰ ਦਿੱਤਾ ਗਿਆ। 18 ਫਰਵਰੀ ਤੱਕ ਅਬਦਾਲੀ ਲਾਹੌਰ ਰਿਹਾ।
ਇਲਾਕੇ ਵਿੱਚ ਪੂਰਾ ਕਬਜ਼ਾ ਜਮਾ ਕੇ ਜੁਮਲਾ ਖਾਂ ਕਸੂਰੀ ਨੂੰ ਆਪਣੇ ਵੱਲੋਂ ਲਾਹੌਰ ਦਾ ਸੂਬੇਦਾਰ ਤੇ ਲਖਪਤ ਰਾਏ ਨੂੰ ਉਸ ਦਾ ਦੀਵਾਨ ਥਾਪ ਕੇ 19 ਫਰਵਰੀ ਨੂੰ ਅਬਦਾਲੀ ਦਿੱਲੀ ਨੂੰ ਤੁਰਿਆ। ਨੱਸਿਆ ਹੋਇਆ ਸ਼ਾਹ ਨਿਵਾਜ਼ ਦਿੱਲੀ ਜਾ ਪੁੱਜਾ ਤਾਂ ਬਾਦਸ਼ਾਹ ਨੇ ਅਬਦਾਲੀ ਦੇ ਟਾਕਰੇ ਲਈ 2 ਲੱਖ ਫੌਜ ਚੜਾਈ। ਉਸ ਫੌਜ ਦੀ ਕਮਾਨ ਅਮਲੀ ਤੌਰ ਤੇ ਵਜ਼ੀਰ ਕਮਰੂਦੀਨ ਦੇ ਹੱਥ ਵਿੱਚ ਸੀ, ਪਰ ਉਸ ਦਾ ਨਾਮ ਤਰੀਕ ਸੈਨਾਪਤੀ ਸ਼ਹਿਜ਼ਾਦਾ ਅਹਿਮਦ ਸੀ। 25 ਫਰਵਰੀ ਨੂੰ ਸ਼ਾਹੀ ਫੌਜ ਸਰਹੰਦ ਪਹੁੰਚੀ ਤਾਂ ਪਤਾ ਲੱਗਾ ਕਿ ਉੱਥੋਂ ਦਾ ਫੌਜਦਾਰ ਅਲੀ ਮੁਹੰਮਦ ਖਾਨ ਰਹੇਲਾ ਅਬਦਾਲੀ ਦਾ ਨਾਂ ਸੁਣ ਕੇ ਨੱਸ ਗਿਆ ਹੋਇਆ ਹੈ। ਵਜ਼ੀਰ ਨੇ ਆਪਣੀਆਂ ਬੇਗਮਾਂ ਤੇ ਸਮਾਨ 1000 ਫੌਜ ਦੀ ਰਾਖੀ ਵਿੱਚ ਸਰਹੰਦ ਛੱਡਿਆ ਤੇ ਆਪ ਮਾਸ਼ੀਵਾੜੇ ਦੇ ਪੱਤਣ ਉੱਤੇ ਜਾ ਬੈਠਿਆ। 1 ਮਾਰਚ ਨੂੰ ਅਬਦਾਲੀ ਫਲੌਰ ਪੁੱਜਾ। ਉਹ ਰਾਤੋਂ ਰਾਤ ਦਰਿਆ ਟੱਪ ਕੇ ਦਿਨੇ ਸਰਹੰਦ ਉੱਤੇ ਜਾ ਪਿਆ। ਵਜ਼ੀਰ ਦੀ ਰਖਵਾਲੀ ਫੌਜ ਕਤਲ ਕਰ ਦਿੱਤੀ, ਸਮਾਨ ਉੱਤੇ ਕਬਜ਼ਾ ਕਰ ਲਿਆ ਤੇ ਉਸ ਦੀਆਂ ਬੇਗਮਾਂ ਕੈਦ ਕਰ ਲਈਆਂ। ਵਜ਼ੀਰ ਨੂੰ ਇਹ ਖਬਰ ਮਿਲੀ ਤਾਂ ਉਹ ਮਾਛੀਵਾੜੇ ਤੋਂ ਪਿੱਛੇ ਮੁੜਿਆ ਤੇ ਸਰਹੰਦ ਤੋਂ 6 ਕੋਹ ਲਹਿੰਦੇ ਪਾਸੇ ਮਾਣੂਪੁਰ ਜਾ ਬੈਠਾ। 3 ਮਾਰਚ ਨੂੰ ਅਬਦਾਲੀ ਨੇ ਵੀ ਉਹਦੇ ਸਾਹਮਣੇ 2 ਮੀਲ ਦੀ ਵਿੱਥ ਉੱਤੇ ਆ ਮੋਰਚੇ ਮੱਲੇ। ਇਸੇ ਦਿਨ ਤੋਂ ਛੋਟੀਆਂ ਛੋਟੀਆਂ ਝੜਪਾਂ ਸ਼ੁਰੂ ਹੋ ਗਈਆਂ। ਅੰਤ 11 ਮਾਰਚ 1747 ਈਸਵੀ ਨੂੰ ਵੱਡੀ ਲੜਾਈ ਹੋਈ। ਵਜ਼ੀਰ ਕਮਰੂਦੀਨ ਮਾਰਿਆ ਗਿਆ, ਪਰ ਉਹਦੇ ਪੁੱਤਰ ਮਯੂਨਲ ਮੁਲਕ ਨੇ ਕ੍ਰੋਧ ਵਿੱਚ ਆ ਕੇ ਅਜਿਹਾ ਹਮਲਾ ਕੀਤਾ ਕਿ ਅਬਦਾਲੀ ਪੂਰੀ ਤਰ੍ਹਾਂ ਹਾਰ ਕੇ ਮੈਦਾਨ ਛੱਡ ਕੇ ਨੱਸ ਗਿਆ। 17 ਮਾਰਚ ਨੂੰ ਉਹ ਸਤਲੁਜ ਟੱਪਿਆ ਤੇ ਲਾਹੌਰ ਦੇ ਰਾਹ ਵਾਪਸ ਅਫਗਾਨਿਸਤਾਨ ਮੁੜ ਗਿਆ। ਮੀਰ ਮੰਨੂ ਨੇ ਲੜਾਈ ਤਾਂ ਜਿੱਤ ਲਈ, ਪਰ ਹਾਰੇ ਹੋਏ ਵਿਦੇਸ਼ੀ ਅਬਦਾਲੀ ਦਾ ਪਿੱਛਾ ਕਰਨ ਦੀ ਲੋੜ ਨਾ ਸਮਝੀ। 4 ਦਿਨ ਉਹ ਆਪਣੇ ਮੋਰਚਿਆਂ ਵਿੱਚ ਹੀ ਬੈਠਾ ਰਿਹਾ। 16 ਮਾਰਚ ਨੂੰ ਸ਼ਾਹੀ ਫੌਜ ਮਾਣੂਪੁਰੋਂ ਚੱਲ ਕੇ ਸਤਲੁਜ ਦੇ ਪੱਤਣ ਤੇ ਆ ਬੈਠੀ। 12 ਅਪ੍ਰੈਲ ਤੱਕ ਸਭ ਲਾਓ ਲਸ਼ਕਰ ਲੁਧਿਆਣੇ ਬੈਠਾ ਰਿਹਾ। ਬਾਦਸ਼ਾਹ ਨੇ ਮਾਣੂਪੁਰ ਦੀ ਫਤਿਹ ਦੀ ਖਬਰ ਸੁਣੀ ਤਾਂ 9 ਅਪ੍ਰੈਲ ਨੂੰ ਮੀਰ ਮੰਨੂ ਦੇ ਨਾਮ ਲਾਹੌਰ ਤੇ ਮੁਲਤਾਨ ਦੀ ਸੂਬੇਦਾਰੀ ਦੀ ਸਨਦ ਜਾਰੀ ਕੀਤੀ। ਇਹ ਹੁਕਮ ਮੀਰ ਮੰਨੂ ਨੂੰ 12 ਅਪ੍ਰੈਲ ਨੂੰ ਸਤਲੁਜ ਕੰਢੇ ਮਿਲਿਆ। ਇੱਥੋਂ ਉਹ ਤਾਂ ਅਹੁਦਾ ਸੰਭਾਲਣ ਵਾਸਤੇ ਲਾਹੌਰ ਨੂੰ ਚਲਿਆ ਗਿਆ ਤੇ ਸ਼ਹਿਜ਼ਾਦਾ ਅਹਿਮਦ ਵਾਪਸ ਦਿੱਲੀ ਮੁੜ ਗਿਆ। ਸ਼ਹਿਜ਼ਾਦਾ ਅਜੇ ਪਾਣੀਪਤ ਪੁੱਜਾ ਸੀ ਤਾਂ ਉਹਨੂੰ ਖਬਰ ਮਿਲੀ ਕਿ ਬਾਦਸ਼ਾਹ ਮੁਹੰਮਦ ਸ਼ਾਹ ਮਰ ਗਿਆ। ਫਿਰ ਅਹਿਮਦ ਸ਼ਾਹ ਦਿੱਲੀ ਦਾ ਬਾਦਸ਼ਾਹ ਬਣਿਆ ਤੇ ਸਫਦਰ ਜੰਗ ਵੱਡਾ ਵਜ਼ੀਰ 20 ਜੂਨ 1748 ਈਸਵੀ ਨੂੰ ਬਾਦਸ਼ਾਹ ਨੇ ਕਾਨੂੰਨੀ ਤੌਰ ਤੇ ਸਫਦਰ ਜੰਗ ਦੇ ਵਜ਼ੀਰ ਬਣਨ ਦਾ ਐਲਾਨ ਕੀਤਾ। ਇੰਨੇ ਚਿਰ ਵਿੱਚ ਸਿੱਖਾਂ ਨੇ ਕੀ ਕੁਛ ਕੀਤਾ। ਛੋਟਾ ਘੱਲੂਘਾਰਾ ਸਿੱਖਾਂ ਉੱਤੇ ਬੜੀ ਭਾਰੀ ਸੱਟ ਸੀ, ਪਰ ਇੰਨੀ ਮਾਰ ਖਾ ਕੇ ਵੀ ਉਹ ਛੇਤੀ ਹੀ ਸੰਭਲ ਗਏ। ਜੂਨ 1749 ਈਸਵੀ ਨੂੰ ਲਖਪਤ ਸਿੰਘਾਂ ਦਾ ਪਿੱਛਾ ਛੱਡ ਕੇ ਮੁੜਿਆ। ਨਵੰਬਰ 1746 ਤੋਂ ਮਾਰਚ 1747 ਤੱਕ ਯਹੀਆ ਖਾਂ ਤੇ ਸ਼ਾਹ ਨਿਵਾਜ਼ ਲੜਦੇ ਰਹੇ। ਇਸੇ ਸਮੇਂ ਸਿੱਖ ਫਿਰ ਉੱਠ ਖਲੋਤੇ ਤੇ ਅੰਮ੍ਰਿਤਸਰ ਦੇ ਉਦਾਲੇ ਫਿਰਨ ਲੱਗੇ। ਅੰਮ੍ਰਿਤਸਰ ਸਰੋਵਰ ਦੇ ਉਦਾਲੇ ਮੁਗਲ ਹਾਕਮਾਂ ਦਾ ਬੜਾ ਕਰੜਾ ਪਹਿਰਾ ਸੀ। ਸਰੋਵਰ ਦੀਆਂ ਚੌਹਾਂ ਨੁੱਕਰਾਂ ਉੱਤੇ ਮੁਨਾਰੇ ਬਣਾ ਕੇ ਵਿੱਚ ਬੰਦੂਕਾਂ ਵਾਲੇ ਪਹਿਰੇਦਾਰ ਬਿਠਾਏ ਹੋਏ ਸਨ। ਉਹਨਾਂ ਨੂੰ ਹੁਕਮ ਸੀ ਕਿ ਕੋਈ ਸਿੱਖ ਇਸ਼ਨਾਨ ਕਰਨ ਆਵੇ ਤਾਂ ਉਸ ਨੂੰ ਗੋਲੀ ਮਾਰ ਦਿਓ। ਸਿੰਘ ਰਾਤ ਬਰਾਤੇ ਆਉਂਦੇ ਤੇ ਇਸ਼ਨਾਨ ਕਰਕੇ ਹਰਨ ਹੋ ਜਾਂਦੇ। ਮੁਸਲਮਾਨ ਹਾਕਮਾਂ ਨੇ ਸਿੰਘਾਂ ਨੂੰ ਸੁਨੇਹਾ ਭੇਜਿਆ ਕਿ ਇਸ ਤਰ੍ਹਾਂ ਚੋਰਾਂ ਵਾਂਗ ਲੋਕੇ ਨਹੀਂ, ਮਰਦਊ ਪੁਣਾ ਤਦ ਹੈ ਜੇ ਦਿਨੇ ਇਸ਼ਨਾਨ ਕਰਕੇ ਜਾਓ ਤਾਂ। ਸਰਦਾਰ ਸੁੱਖਾ ਸਿੰਘ ਮਾੜੀ ਕੰਬੋਕੀ ਵਾਲਾ ਇੱਕ ਦਿਨ ਦੁਪਹਿਰੇ ਤੁਰਕੀ ਭੇਸ ਕਰਕੇ ਇਸ਼ਨਾਨ ਕਰਨ ਆ ਗਿਆ। ਸਰੋਵਰ ਵਿੱਚੋਂ ਇਸ਼ਨਾਨ ਕਰਕੇ ਤੇ ਸਿਰੋਂ ਪੱਗ ਲਾ ਕੇ ਉਹ ਕੇਸਾਂ ਦਾ ਜੂੜਾ ਵਿਖਾਉਂਦਾ ਹੋਇਆ ਜੈਕਾਰੇ ਛੱਡਦਾ ਭੱਜ ਗਿਆ। ਪੱਗ ਲਾਉਣ ਦਾ ਭਾਵ ਸੀ ਵੈਰੀ ਸਿਰ ਉੱਤੇ ਜੂੜਾ ਵੇਖ ਕੇ ਸਮਝ ਲੈਣ ਕਿ ਇਸ਼ਨਾਨ ਕਰਨ ਵਾਲਾ ਸਿੱਖ ਹੈ।
ਫੇਰ ਤਾਂ ਕਈ ਸਿੱਖ 10-10 20-20 ਦੇ ਜਥੇ ਬਣਾ ਕੇ ਇਸ਼ਨਾਨ ਕਰਨ ਆਉਣ ਲੱਗ ਪਏ। ਕਿਤੇ ਸਰਕਾਰੀ ਸਿਪਾਹੀਆਂ ਨਾਲ ਮੁੱਠ-ਭਿੜ ਹੋ ਪੈਂਦੀ ਤਾਂ ਕਈ ਸ਼ਹੀਦ ਵੀ ਹੋ ਜਾਂਦੇ। ਇੱਥੇ ਹੀ ਬਸ ਨਹੀਂ, ਦਰਿਆ ਬਿਆਸ ਤੇ ਝਨਾਹ ਦਾ ਵਿਚਲਾ ਹਿੱਸਾ ਲਾਹੌਰ ਤੋਂ ਲੈ ਕੇ ਪਹਾੜਾਂ ਤੱਕ ਸਿੰਘਾਂ ਨੇ ਲੁੱਟ ਕੇ ਤਬਾਹ ਕਰ ਦਿੱਤਾ। ਜਿਹੜੇ ਵਿਰੋਧੀ ਕਾਬੂ ਆਏ ਉਹਨਾਂ ਨੂੰ ਵੀ ਸੋਧਣ ਵਿੱਚ ਕਸਰ ਨਾ ਛੱਡੀ। ਛੋਟੇ ਘੱਲੂਘਾਰੇ ਵਾਲਾ ਘਾਟਾ ਸਿੰਘਾਂ ਨੇ ਕਿਸੇ ਹੱਦ ਤੱਕ ਪੂਰਾ ਕਰ ਲਿਆ। ਸ਼ਾਹ ਨਿਵਾਜ਼ 21 ਮਾਰਚ 1747 ਈਸਵੀ ਤੋਂ 11 ਜਨਵਰੀ 1748 ਈਸਵੀ ਤੱਕ ਲਾਹੌਰ ਦਾ ਸੂਬੇਦਾਰ ਰਿਹਾ, ਪਰ ਉਹਨੂੰ ਆਪਣੇ ਝਗੜਿਆਂ ਵਿੱਚੋਂ ਹੀ ਵਿਹਲ ਨਾ ਮਿਲਿਆ। ਉਹ ਸਿੱਖਾਂ ਵੱਲ ਕੋਈ ਬਹੁਤਾ ਧਿਆਨ ਨਾ ਦੇ ਸਕਿਆ। ਜਿਸ ਵੇਲੇ ਅਬਦਾਲੀ ਦਰਿਆ ਅਟਕ ਤੋਂ ਇਸ ਪਾਰ ਟੱਪ ਪਿਆ, ਸਾਰੇ ਦੇਸ਼ ਵਿੱਚ ਹਲਚਲ ਮਚ ਉੱਠੀ, ਕਿਉਂਕਿ ਲੋਕਾਂ ਨੂੰ ਨਾਦਰ ਦੇ ਹਮਲੇ ਦੀ ਮਾਰੂ ਯਾਦ ਅਜੇ ਭੁੱਲੀ ਨਹੀਂ ਸੀ। ਲੋਕ ਘਰਾਂ ਨੂੰ ਛੱਡ ਕੇ ਪਹਾੜਾਂ ਨੂੰ ਨੱਸ ਗਏ। ਸਿੰਘਾਂ ਦੇ ਵਧਣ ਫੁੱਲਣ ਦਾ ਇਹ ਵੇਲਾ ਸੀ। ਉਹਨਾਂ ਵੀ ਆਪਣੇ ਪਰਿਵਾਰ ਪਹਾੜਾਂ ਵਿੱਚ ਜਾਂ ਮਾਲਵੇ ਦੇ ਦੁਰਾਡੇ ਇਲਾਕਿਆਂ ਵਿੱਚ ਭੇਜ ਦਿੱਤੇ ਤੇ ਆਪ ਹਥਿਆਰ ਸੰਭਾਲ ਕੇ ਸਮੇਂ ਦੀ ਉਡੀਕ ਕਰਨ ਲੱਗੇ। 11 ਜਨਵਰੀ ਨੂੰ ਅਬਦਾਲੀ ਨੇ ਲਾਹੌਰ ਫਤਿਹ ਕੀਤਾ ਤੇ 11 ਮਾਰਚ ਨੂੰ ਉਹ ਮਾਣੂਪੁਰ ਦੀ ਲੜਾਈ ਵਿੱਚ ਹਾਰ ਗਿਆ। ਇਹਨਾਂ 2 ਮਹੀਨਿਆਂ ਵਿੱਚ ਸਿੰਘਾਂ ਨੇ ਘੱਲੂਘਾਰੇ ਦੀਆਂ ਸਾਰੀਆਂ ਕਸਰਾਂ ਪੂਰੀਆਂ ਕਰ ਲਈਆਂ। ਉਹਨਾਂ ਦਰਿਆ ਸਤਲੁਜ ਤੋਂ ਲੈ ਕੇ ਝਨਾਹ ਤੱਕ ਦਾ ਸਾਰਾ ਇਲਾਕਾ ਲੁੱਟ ਲਿਆ। ਇਸ ਵਾਰ ਉਹਨਾਂ ਇਹ ਫੈਸਲਾ ਕੀਤਾ ਕਿ ਸਰਕਾਰ ਨਾਲ ਟੱਕਰ ਲੈਣ ਤੋਂ ਪਹਿਲਾਂ ਸਰਕਾਰ ਦੇ ਟੁੱਕੜ ਬੋਚਾਂ ਨੂੰ ਸਜ਼ਾ ਦਿੱਤੀ ਜਾਵੇ, ਜਿਹੜੇ ਆਏ ਦਿਨ ਚੁਗਲੀਆਂ ਕਰਕੇ ਸਿੰਘਾਂ ਨੂੰ ਫੜਾਉਂਦੇ ਹਨ। ਉਹਨਾਂ ਚੁਗਲ ਚੌਧਰੀਆਂ ਨੂੰ ਕਿਉਂ ਨਾ ਬਿਲੇ ਲਾਇਆ ਜਾਵੇ। ਬਸ ਪੰਥ ਦੀ ਗੁਰਮਤਾ ਕਰਨ ਦੀ ਦੇਰ ਸੀ ਜਾਂ ਲਾਡਲੀਆਂ ਫੌਜਾਂ ਨੇ ਕੰਮ ਆਰੰਭ ਕਰ ਦਿੱਤਾ। ਚੌਧਰੀ ਸਾਹਿਬ ਰਾਏ ਪਿੰਡ ਨੌਸ਼ਹਿਰੇ ਦਾ ਸੰਧੂ ਜੱਟ, ਰਾਮਾ ਰੰਧਾਵਾ ਪਿੰਡ ਘਣੀਆਂ, ਹਰਭਗਤ ਨਰੰਜਣੀਆਂ ਪਿੰਡ ਗੁਰੂ ਕਾ ਜੰਡਿਆਲਾ, ਧਰਮਦਾਸ ਜੋਧ ਨਗਰੀਆ, ਕਰਮਾ ਸ਼ੀਨਾ ਪਿੰਡ ਸ਼ੀਨਾ, ਸਨਮੁਖ ਰਾਏ ਪਿੰਡ ਵਡਾਲੀ, ਰਾਏ ਬਖਤਾ ਪਿੰਡ ਮਜੀਠਾ, ਰਾਏ ਹਸਨਾ ਪਿੰਡ ਮੰਡਿਆਲਾ, ਗਹਿਣਾ ਮੱਲ ਪਿੰਡ ਭੀਲੋਵਾਲ, ਕਾਜ਼ੀ ਫਜ਼ਲ ਅਹਿਮਦ ਖਾਂ, ਸ਼ਮਸ਼ੇਰ ਖਾਂ ਖੋਖਰ, ਸਠਿਆਲੇ ਤੇ ਬੁਤਾਲੇ ਦੇ ਰੰਗੜ, ਧਨੇਸ਼ਟੇ ਦੇ ਜੱਟ, ਹੈਬਤਪੁਰ ਪੱਟੀ ਦੇ ਖੱਤਰੀ, ਸ਼ੇਖੂਪੁਰ ਦੇ ਰੰਗੜ ਤੇ ਹੋਰ ਕਈ ਚੌਧਰੀ ਤੇ ਤਲੱਕੇਦਾਰ ਚੁਣ ਚੁਣ ਕੇ ਕਤਲ ਕੀਤੇ। ਨਾਲ ਹੀ ਪਿੰਡ ਘਣੀਆਂ, ਨੌਸ਼ਹਿਰਾ ਸੰਧੂਆਂ, ਬਟਾਲਾ, ਜੰਡਿਆਲਾ, ਮਜੀਠਾ, ਕਲਾਨੌਰ, ਜੋਧਨਗਰ, ਫਗਵਾੜਾ, ਤਲਬਣ, ਬਿਜਵਾੜਾ, ਜਲੰਧਰ, ਸਠਿਆਲਾ, ਬੁਤਾਲਾ, ਮੰਡਿਆਲਾ, ਸ਼ੇਖੂਪੁਰਾ, ਰਸੂਲ ਨਗਰ, ਢਿੱਗ, ਮੰਝਕੀ ਆਦਿ ਚੰਗੀ ਤਰ੍ਹਾਂ ਲੁੱਟੇ ਤੇ ਤਬਾਹ ਕੀਤੇ। ਇਸ ਮਾਰ ਧਾੜ ਦਾ ਪੰਥ ਨੂੰ ਇੱਕ ਬੜਾ ਲਾਭ ਹੋਇਆ ਕਿ ਫਿਰ ਥੋੜ੍ਹੀ ਕੀਤਿਆਂ ਕੋਈ ਚੌਧਰੀ ਸਿੰਘਾਂ ਦੇ ਵਿਰੁੱਧ ਚੁਗਲੀ ਲਾਉਣ ਵਾਸਤੇ ਤਿਆਰ ਨਾ ਹੁੰਦਾ। ਉਹ ਸਮਝਦਾ ਕਿ ਸਿੰਘਾਂ ਦੇ ਵਿਰੁੱਧ ਚੁਗਲੀ ਕਰਨੀ ਆਪਣੀ ਮੌਤ ਨੂੰ ਆਪ ਬੁਲਾਉਣਾ ਹੈ। ਹੁਣ ਟੱਕਰ ਸਰਕਾਰ ਤੇ ਸਿੰਘਾਂ ਵਿੱਚ ਹੀ ਰਹਿ ਗਈ। ਤੀਜੀ ਧਿਰ ਜਨਤਾ ਵਿੱਚੋਂ ਪਾਸੇ ਹੋਣ ਲੱਗ ਪਈ। ਉਸ ਵੇਲੇ ਅੰਮ੍ਰਿਤਸਰ ਦਾ ਹਾਕਮ ਪਿੰਡ ਠਰੂ ਦਾ ਰਾਜਪੂਤ ਸਲਾਬਤ ਖਾਂ ਸੀ। ਜਿਸ ਵੇਲੇ ਅਬਦਾਲੀ ਮਾਣੂਪੁਰ ਦੀ ਲੜਾਈ ਵਿੱਚ ਰੁੱਝਾ ਹੋਇਆ ਸੀ, ਸਿੰਘ ਅੰਮ੍ਰਿਤਸਰ ਆ ਪਏ। ਲੜਾਈ ਵਿੱਚ ਸਲਾਬਤ ਖਾਂ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦੇ ਹੱਥੋਂ ਮਾਰਿਆ ਗਿਆ ਤੇ ਉਸ ਦੀ ਫੌਜ ਅੰਮ੍ਰਿਤਸਰ ਛੱਡ ਕੇ ਨੱਸ ਗਈ। ਸਿੰਘਾਂ ਨੇ ਅੰਮ੍ਰਿਤਸਰ ਉੱਤੇ ਕਬਜ਼ਾ ਕਰ ਲਿਆ। ਦੀਵਾਨ ਲਖਪਤ ਰਾਏ ਨੇ ਸਰੋਵਰ ਦਾ ਕੁਛ ਹਿੱਸਾ ਪੂਰ ਦਿੱਤਾ ਹੋਇਆ ਸੀ। ਸਿੰਘਾਂ ਨੇ ਉਸ ਦੀ ਸਫਾਈ ਕਰਕੇ ਵਿੱਚ ਜਲ ਭਰ ਦਿੱਤਾ ਤੇ ਸੰਗਤਾਂ ਨੇ ਖੁੱਲ੍ਹੇ ਇਸ਼ਨਾਨ ਕੀਤੇ। ਇੰਨੇ ਚਿਰ ਨੂੰ ਮੀਰ ਮੰਨੂ ਤੋਂ ਹਾਰ ਕੇ ਅਬਦਾਲੀ ਵਾਪਸ ਮੁੜਿਆ ਤਾਂ ਸਤਲੁਜ ਦੇ ਉਰਲੇ ਕੰਢੇ ਤੋਂ ਹੀ ਸਿੱਖ ਉਹਦੇ ਮਗਰ ਲੱਗ ਪਏ। ਉਹ ਦਿਨੇ ਤਾਂ ਅਬਦਾਲੀ ਦੀ ਫੌਜ ਤੋਂ ਜਰਾ ਦੂਰ ਹਟ ਜਾਂਦੇ, ਰਾਤ ਨੂੰ ਛਾਪਾ ਮਾਰ ਕੇ ਹੱਥ ਲੱਗਦਾ ਸਮਾਨ ਲੁੱਟ ਕੇ ਜੰਗਲ ਵਿੱਚ ਜਾ ਵੜਦੇ। ਇਸੇ ਤਰ੍ਹਾਂ ਲੁੱਟ ਮਾਰ ਕਰਦੇ ਸਿੰਘ ਝਨਾਹ ਤੱਕ ਅਬਦਾਲੀ ਦੇ ਮਗਰ ਗਏ। 29 ਮਾਰਚ 1748 ਈਸਵੀ ਨੂੰ ਵਿਸਾਖੀ ਸੀ।
ਅਬਦਾਲੀ ਦਾ ਪਿੱਛਾ ਛੱਡ ਕੇ ਸਿੰਘ ਵਿਸਾਖੀ ਮਨਾਉਣ ਵਾਸਤੇ ਅੰਮ੍ਰਿਤਸਰ ਆ ਇਕੱਠੇ ਹੋਏ। ਕਈਆਂ ਸਾਲਾਂ ਪਿੱਛੋਂ ਇਹ ਪਹਿਲੀ ਵਿਸਾਖੀ ਸੀ ਜੋ ਸਿੰਘਾਂ ਨੇ ਆਜ਼ਾਦੀ ਨਾਲ ਮਨਾਈ। ਇਸ ਵਿਸਾਖੀ ਦੇ ਦਿਨ ਤੋਂ ਸਿੱਖ ਇਤਿਹਾਸ ਵਿੱਚ ਇੱਕ ਨਵਾਂ ਕਾਂਡ ਸ਼ੁਰੂ ਹੋਇਆ। ਇੱਕ ਤਾਂ 11 ਮਿਸਲਾਂ ਦਾ ਮੁੱਢ ਵੱਜਾ ਤੇ ਦੂਜਾ ਕਿਲ੍ਹਾ ਰਾਮ ਰੌਣੀ ਬਣਾਇਆ। ਛੋਟੇ ਘੱਲੂਘਾਰੇ ਤੋਂ ਸਿੰਘਾਂ ਨੇ ਇੱਕ ਸਿੱਖਿਆ ਹਾਸਲ ਕੀਤੀ ਕਿ ਵੱਖੋ ਵੱਖ ਸਰਦਾਰਾਂ ਦੇ ਛੋਟੇ ਖੁਦ ਮੁਖਤਿਆਰ ਜਥਿਆਂ ਦੀ ਥਾਂ ਪੰਥ ਦੀ ਇੱਕ ਪੱਕੀ ਤੇ ਬਲਵਾਨ ਜਥੇਬੰਦੀ ਚਾਹੀਦੀ ਹੈ, ਜੋ ਇੱਕ ਜਥੇਦਾਰ ਦੇ ਹੁਕਮ ਵਿੱਚ ਲੋੜ ਪਈ ਤੇ ਕੰਮ ਕਰੇ। ਉਸ ਵੇਲੇ ਪੰਥ ਵਿੱਚ ਕਈ ਛੋਟੇ ਛੋਟੇ ਸਰਦਾਰਾਂ ਦੇ ਜਥੇ ਸਨ। ਉੱਘੇ ਸਰਦਾਰ ਇਹ ਸਨ: ਨਵਾਬ ਕਪੂਰ ਸਿੰਘ ਪਿੰਡ ਫੈਜ਼ਲਪੁਰ, ਜੱਸਾ ਸਿੰਘ ਕਲਾਲ ਪਿੰਡ ਆਲੂ, ਹਰੀ ਸਿੰਘ ਭੰਗੀ ਪਿੰਡ ਪੰਜਵੜ, ਝੰਡਾ ਸਿੰਘ, ਗੰਡਾ ਸਿੰਘ ਪਿੰਡ ਪੰਜਵੜ, ਨੱਥਾ ਸਿੰਘ, ਮਤਾਬ ਸਿੰਘ ਪਿੰਡ ਖੱਖ ਜ਼ਿਲ੍ਹਾ ਅੰਮ੍ਰਿਤਸਰ, ਚੜ੍ਹਤ ਸਿੰਘ ਘਨੱਈਆ, ਦੀਵਾਨ ਸਿੰਘ, ਗੁੱਜਰ ਸਿੰਘ, ਗਰਜਾ ਸਿੰਘ, ਨਿਬਾਹੂ ਸਿੰਘ, ਲਹਿਣਾ ਸਿੰਘ, ਫੂਲਾ ਸਿੰਘ ਪਿੰਡ ਰੋੜਾਂ ਵਾਲਾ, ਸਾਵਲ ਸਿੰਘ ਰੰਧਾਵਾ ਪਿੰਡ ਵਾਘਾ, ਗੁਰਬਖਸ਼ ਸਿੰਘ ਪਿੰਡ ਦੋਦਾ, ਧੰਨਾ ਸਿੰਘ ਪਿੰਡ ਕਲਾਲ ਵਾਲਾ, ਤਾਰਾ ਸਿੰਘ ਪਿੰਡ ਚੈਨਪੁਰ, ਬਾਘ ਸਿੰਘ ਕੋਟ ਸੈਦ ਮਹਿਮੂਦ, ਹਕੀਕਤ ਸਿੰਘ, ਮਹਿਤਾਬ ਸਿੰਘ ਪਿੰਡ ਵਡਾਲਾ ਸੰਧੂਆਂ ਜ਼ਿਲ੍ਹਾ ਸਿਆਲਕੋਟ, ਜੈ ਸਿੰਘ ਪਿੰਡ ਕਾਨਾ, ਝੰਡਾ ਸਿੰਘ ਪਿੰਡ ਕਾਨਾ, ਤਾਰਾ ਸਿੰਘ ਪਿੰਡ ਕਾਨਾ, ਮਨੋਹਰ ਸਿੰਘ ਪਿੰਡ ਕਾਨਾ, ਸੋਭਾ ਸਿੰਘ ਪਿੰਡ ਕਾਨਾ, ਭੀਮ ਸਿੰਘ ਪਿੰਡ ਕਾਨਾ, ਅਮਰ ਸਿੰਘ ਪਿੰਡ ਵਾਘਾ, ਸੋਭਾ ਸਿੰਘ ਪਿੰਡ ਭਿੱਕਾ, ਬਘੇਲ ਸਿੰਘ ਪਿੰਡ ਝਬਾਲ, ਗੁਲਾਬ ਸਿੰਘ ਡੱਲੇਵਾਲੀਆ, ਹਰੀ ਸਿੰਘ ਡੱਲੇਵਾਲੀਆ, ਨੌਦ ਸਿੰਘ ਸੁਕਰ ਚੱਕੀਆ, ਗੁਲਾਬ ਸਿੰਘ ਨੌਦ ਸਿੰਘ ਦਾ ਸਹੁਰਾ ਪਿੰਡ ਮਜੀਠਾ, ਮਹਿਤਾਬ ਸਿੰਘ ਪਿੰਡ ਜੁਲਕਾ ਸਰਦਾਰ ਬਘੇਲ ਸਿੰਘ ਦਾ ਪੁੱਤਰ, ਕਰੋੜਾ ਸਿੰਘ ਪਿੰਡ ਪੇਜਗੜ੍ਹ, ਹਰਾ ਸਿੰਘ, ਲੱਜਾ ਸਿੰਘ, ਨੰਦ ਸਿੰਘ ਪਿੰਡ ਸਾਂਘਣਾ, ਕਪੂਰ ਸਿੰਘ ਸੂਰਿਆਂ ਵਾਲਾ, ਅਮਰ ਸਿੰਘ ਪਿੰਡ ਕਿੰਗਰਾ, ਜੀਵਨ ਸਿੰਘ ਪਿੰਡ ਕਿਲਾ ਜੀਵਨ ਸਿੰਘ, ਸਾਹਿਬ ਸਿੰਘ ਸਿਆਲਕੋਟੀਆ, ਦੀਪ ਸਿੰਘ ਸ਼ਹੀਦ, ਨੱਥਾ ਸਿੰਘ ਸ਼ਹੀਦ, ਮੋਹਰ ਸਿੰਘ ਪਿੰਡ ਰਣੀਆਂ, ਮਹਾਂ ਸਿੰਘ ਪਿੰਡ ਰਣੀਆਂ, ਬਾਘ ਸਿੰਘ ਹੱਲੋਵਾਲੀਆ, ਝੰਡਾ ਸਿੰਘ ਪਿੰਡ ਸੁਲਤਾਨ ਪਿੰਡ ਅੰਮ੍ਰਿਤਸਰ ਕੋਲ, ਮਿਰਜ਼ਾ ਸਿੰਘ ਕਾਹਲੋਂ, ਸ਼ਾਮ ਸਿੰਘ ਮਾਨ ਪਿੰਡ ਬੁਲਾਕੀ ਚੱਕ, ਮਾਲਾ ਸਿੰਘ ਪਿੰਡ ਬੁਲਾਕੀ ਚੱਕ, ਬਹਾਲ ਸਿੰਘ ਸ਼ੇਖੂਪੁਰਾ, ਅਮੀਰ ਸਿੰਘ ਸ਼ੇਖੂਪੁਰਾ, ਹੀਰਾ ਸਿੰਘ, ਗੰਗਾ ਸਿੰਘ, ਲਾਲ ਸਿੰਘ, ਤਾਰਾ ਸਿੰਘ ਮਾਨ ਮਾਨਾਵਾਲਾ ਜ਼ਿਲ੍ਹਾ ਅੰਮ੍ਰਿਤਸਰ, ਮਹਿਤਾਬ ਸਿੰਘ ਪਿੰਡ ਲਾਲਪੁਰਾ ਤਹਿਸੀਲ ਤਰਨਤਾਰਨ, ਰੂਪ ਸਿੰਘ, ਅਨੂਪ ਸਿੰਘ ਨਕਈ, ਦਸੌਂਦਾ ਸਿੰਘ, ਤਾਰਾ ਸਿੰਘ ਘੇਬਾ, ਧਰਮ ਸਿੰਘ ਖੱਤਰੀ ਅੰਮ੍ਰਿਤਸਰ, ਸੁੱਖਾ ਸਿੰਘ ਮਾੜੀ ਕੰਬੂਕੀ, ਜੱਸਾ ਸਿੰਘ ਪਿੰਡ ਈਚੋ ਗਿੱਲ ਪਿੱਛੋਂ ਰਾਮਗੜ੍ਹੀਆ ਅਖਵਾਇਆ। ਨਵਾਬ ਕਪੂਰ ਸਿੰਘ ਨੇ ਮਤਾ ਪੇਸ਼ ਕੀਤਾ ਕਿ ਪੰਥ ਦੀ ਇੱਕ ਜਥੇਬੰਦੀ ਤੇ ਇੱਕ ਜਥੇਦਾਰ ਹੋਣਾ ਚਾਹੀਦਾ ਹੈ, ਜਿਸ ਦੀ ਚੋਣ ਸਾਰਾ ਪੰਥ ਕਰੇ। ਇਹ ਮਤਾ ਪ੍ਰਵਾਨ ਕਰ ਲਿਆ ਗਿਆ। ਵਿਸਾਖੀ ਦੇ ਦਿਨ ਦਸ਼ਮੇਸ਼ ਪਿਤਾ ਨੇ ਪੰਥ ਸਾਜਿਆ ਸੀ ਤੇ ਵਿਸਾਖੀ ਦੇ ਦਿਨ ਇਹ ਜਥੇਬੰਦੀ ਬਣਾਈ ਗਈ, ਜਿਸ ਦਾ ਨਾਂ ਦਲ ਖਾਲਸਾ ਰੱਖਿਆ ਗਿਆ। ਫਿਰ ਜਥੇਦਾਰ ਚੁਣਨ ਦੀ ਵਾਰੀ ਆਈ ਤਾਂ ਸਾਰਿਆਂ ਦੀ ਨਿਗਾਹ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਤੇ ਪਈ। ਉਸ ਵੇਲੇ ਉਹ ਸਾਰਿਆਂ ਵਿੱਚੋਂ ਬਲਵਾਨ ਸਰਦਾਰ ਸੀ। ਸਰਬਸੰਮਤੀ ਨਾਲ ਉਸ ਨੂੰ ਪੰਥ ਦਾ ਸਾਂਝਾ ਜਥੇਦਾਰ ਥਾਪਿਆ ਗਿਆ। ਉਸ ਦੇ ਮਾਤਹਿਤ 10 ਸਰਦਾਰਾਂ ਦੀ ਇੱਕ ਸਲਾਹਕਾਰ ਕਮੇਟੀ ਬਣਾ ਦਿੱਤੀ ਗਈ। ਇਹ 10 ਸਰਦਾਰ ਬਾਕੀ ਦੀਆਂ 10 ਮਿਸਲਾਂ ਦੇ ਜਥੇਦਾਰ ਬਣੇ। ਉਸ ਵੇਲੇ ਅੰਮ੍ਰਿਤਸਰ ਵਿੱਚ ਸਥਾਪਨ ਹੋਈਆਂ 11 ਮਿਸਲਾਂ ਇਹ ਸਨ: ਮਿਸਲ ਆਹਲੂਵਾਲੀਆ, ਜਿਸ ਦਾ ਜਥੇਦਾਰ ਸਰਦਾਰ ਜੱਸਾ ਸਿੰਘ ਕਲਾਲ ਸੀ, ਜੋ ਸਾਰੇ ਪੰਥ ਦਾ ਵੀ ਜਥੇਦਾਰ ਸੀ। ਮਿਸਲ ਫੈਜ਼ਲਾਪੁਰੀਆ ਜਾਂ ਸਿੰਘਪੁਰੀਆ, ਇਸ ਦਾ ਜਥੇਦਾਰ ਨਵਾਬ ਕਪੂਰ ਸਿੰਘ ਸੀ। ਮਿਸਲ ਸ਼ੁਕਰ ਚੱਕੀਆ, ਇਸ ਦਾ ਜਥੇਦਾਰ ਸਰਦਾਰ ਨੌਦ ਸਿੰਘ ਸੀ। ਮਿਸਲ ਨਿਸ਼ਾਨਾ ਵਾਲੀ, ਇਸ ਦਾ ਜਥੇਦਾਰ ਸਰਦਾਰ ਦਸੌਂਦਾ ਸਿੰਘ ਸੀ, ਜੋ ਦਲ ਖਾਲਸਾ ਦਾ ਨਿਸ਼ਾਨ ਬਰਦਾਰ ਸੀ। ਮਿਸਲ ਭੰਗੀਆਂ, ਇਸ ਦਾ ਜਥੇਦਾਰ ਸਰਦਾਰ ਹਰੀ ਸਿੰਘ ਭੰਗੀ ਪਿੰਡ ਪੰਜਵੜ ਦਾ ਸੀ। ਮਿਸਲ ਘਨੱਈਆ, ਇਸ ਦਾ ਜਥੇਦਾਰ ਸਰਦਾਰ ਜੈ ਸਿੰਘ ਘਨੱਈਆ ਪਿੰਡ ਕਾਨਾ ਜ਼ਿਲ੍ਹਾ ਲਾਹੌਰ ਦਾ ਸੀ। ਮਿਸਲ ਨਕਈਆਂ, ਇਸ ਦਾ ਜਥੇਦਾਰ ਸਰਦਾਰ ਹੀਰਾ ਸਿੰਘ ਨਕਈ ਪਿੰਡ ਬਹਿੜਵਾਲ ਜ਼ਿਲ੍ਹਾ ਲਾਹੌਰ ਦਾ ਸੀ। ਡੱਲੇ ਵਾਲੀ ਮਿਸਲ, ਇਸ ਦਾ ਜਥੇਦਾਰ ਸਰਦਾਰ ਗੁਲਾਬ ਸਿੰਘ ਪਿੰਡ ਡੱਲੇਵਾਲ ਦਾ ਸੀ।
ਮਿਸਲ ਸ਼ਹੀਦਾਂ ਇਸ ਦਾ ਜਥੇਦਾਰ ਬਾਬਾ ਦੀਪ ਸਿੰਘ ਜੀ ਸ਼ਹੀਦ ਸਨ। ਮਿਸਲ ਕਰੋੜਾ ਸਿੰਘੀਆਂ ਇਸ ਦਾ ਜਥੇਦਾਰ ਸਰਦਾਰ ਕਰੋੜਾ ਸਿੰਘ ਪਿੰਡ ਪੈਜਗੜ੍ਹ ਦਾ ਸੀ। ਮਿਸਲ ਸਾਂਗਣੀਆਂ ਇਸ ਦਾ ਜਥੇਦਾਰ ਸਰਦਾਰ ਆਨੰਦ ਸਿੰਘ ਪਿੰਡ ਸਾਂਗਣੇ ਦਾ ਸੀ। ਇਹ ਮਿਸਲ ਪਿੱਛੋਂ ਮਿਸਲ ਰਾਮਗੜੀਆ ਖਵਾਈ। ਫਿਰ ਹਰ ਇੱਕ ਸਿੰਘ ਸਿਪਾਹੀ ਤੇ ਸਰਦਾਰ ਨੂੰ ਆਗਿਆ ਹੋਈ ਕਿ ਉਹ ਇਸ ਜਥੇ ਵਿੱਚ ਚਾਹੇ ਰਲ ਜਾਵੇ। ਹਰ ਅੰਮ੍ਰਿਤਧਾਰੀ ਸਿੰਘ ਦਲ ਖਾਲਸਾ ਦਾ ਮੈਂਬਰ ਤੇ ਬਰਾਬਰ ਦਾ ਭਾਈ ਸਮਝਿਆ ਜਾਂਦਾ ਸੀ। ਹਰ ਸਿਪਾਹੀ ਨੂੰ ਇਹ ਵੀ ਹੱਕ ਦਿੱਤਾ ਗਿਆ ਕਿ ਉਹ ਚਾਹੇ ਤਾਂ ਇੱਕ ਜਥੇ ਨੂੰ ਛੱਡ ਕੇ ਦੂਜੇ ਜਥੇ ਵਿੱਚ ਸ਼ਾਮਲ ਹੋ ਸਕਦਾ ਹੈ। ਹਰ ਮਿਸਲ ਅੰਦਰੂਨੀ ਮਾਮਲਿਆਂ ਵਿੱਚ ਖੁਦ ਮੁਖਤਿਆਰ ਹੋਵੇਗੀ, ਪਰ ਸਾਂਝੇ ਅਮਲ ਲਈ ਉਸ ਨੂੰ ਦਲ ਖਾਲਸਾ ਦੇ ਪ੍ਰਧਾਨ ਜਥੇਦਾਰ ਦੇ ਹੁਕਮ ਦੀ ਪਾਲਣਾ ਕਰਨੀ ਪਵੇਗੀ। ਇਸ ਤਰ੍ਹਾਂ ਪੰਥ ਵਿੱਚ ਮਿਸਲਾਂ ਦਾ ਮੁੱਢ ਬੱਝਾ। ਦੂਜਾ ਵੱਡਾ ਕੰਮ ਸਾਰਿਆਂ ਜਥੇਦਾਰਾਂ ਨੇ ਸੋਚਿਆ ਕਿ ਕਦ ਤੱਕ ਪੰਥ ਝਾੜਾਂ ਵਿੱਚ ਲੁਕਿਆ ਫਿਰੇਗਾ। ਵੈਰੀ ਦੇ ਟਾਕਰੇ ਵਾਸਤੇ ਸਾਨੂੰ ਕੋਈ ਛੋਟਾ ਮੋਟਾ ਕਿਲ੍ਹਾ ਬਣਾਉਣਾ ਚਾਹੀਦਾ ਹੈ, ਜਿੱਥੇ ਭੀੜ ਬਣੀ ਤੇ ਆਸਰੇ ਨਾਲ ਵੈਰੀ ਦਾ ਟਾਕਰਾ ਕੀਤਾ ਜਾਵੇ। ਮਤਾ ਇਹ ਪਾਸ ਹੋਇਆ ਕਿ ਅੰਮ੍ਰਿਤਸਰ ਨਾਲੋਂ ਹੋਰ ਪਵਿੱਤਰ ਧਰਤੀ ਕਿਹੜੀ ਹੈ, ਇੱਥੇ ਹੀ ਕਿਲ੍ਹਾ ਬਣਾਇਆ ਜਾਵੇ। ਰਾਮਸਰ ਦੇ ਨੇੜੇ ਗੁਰੂ ਮਹਾਰਾਜ ਨੇ ਇੱਕ ਖੂਹੀ ਲਵਾਈ ਸੀ। ਉਸ ਦੇ ਉਦਾਲੇ ਕੱਚੀ ਗੜੀ ਦੀ ਨੀਂਹ ਵਿਸਾਖੀ ਵਾਲੇ ਦਿਨ ਰੱਖੀ ਗਈ। ਨੀਂਹ ਦੇ ਉਦਾਲੇ ਪਾਣੀ ਫੇਰ ਕੇ ਕਹਾਣੀ ਬਣਾ ਕੇ ਗਾਰੇ ਦੀ ਕੰਧ ਉਸਾਰਨੀ ਸ਼ੁਰੂ ਕਰ ਦਿੱਤੀ। ਰਾਜ, ਮਜ਼ਦੂਰ, ਮਿਸਤਰੀ, ਸਿੰਘ ਸਭ ਕੁਝ ਆਪੇ ਹੀ ਸਨ। ਦਿਨਾਂ ਵਿੱਚ ਹੀ ਕੱਚੀ ਗੜੀ ਤਿਆਰ ਹੋ ਗਈ। ਉਸ ਦਾ ਨਾਂ ਗੁਰੂ ਰਾਮਦਾਸ ਜੀ ਦੇ ਨਾਮ ਉੱਤੇ ਰਾਮ ਰੌਣੀ ਰੱਖਿਆ ਗਿਆ। ਉਸ ਦੀ ਕੰਧ 4 ਹੱਥ ਚੌੜੀ ਤੇ 6 ਹੱਥ ਉੱਚੀ ਸੀ। ਉਸ ਵਿੱਚ 500 ਘੋੜ ਸਵਾਰਾਂ ਦੇ ਰਹਿਣ ਜੋਗੀ ਥਾਂ ਸੀ, ਸੋ 500 ਸਿੰਘਾਂ ਨੂੰ ਉਸ ਵਿੱਚ ਰਹਿਣ ਦੀ ਆਗਿਆ ਹੋਈ। ਇਸ ਸਮੇਂ ਸਰਦਾਰ ਹਰੀ ਸਿੰਘ ਭੰਗੀ ਨੇ ਆਪਣਾ ਕਟੜਾ ਵੀ ਵਸਾਇਆ। ਅਪ੍ਰੈਲ 1748 ਈਸਵੀ ਵਿੱਚ ਮੀਰ ਮੰਨੂ ਲਾਹੌਰ ਤੇ ਮੁਲਤਾਨ ਦਾ ਸੂਬੇਦਾਰ ਬਣ ਕੇ ਲਾਹੌਰ ਪੁੱਜਾ। ਉਸਨੇ ਕੌੜਾ ਮੱਲ ਨੂੰ ਆਪਣਾ ਦੀਵਾਨ ਤੇ ਨਾਇਬ ਬਣਾਇਆ ਤੇ ਅਦੀਨਾ ਬੇਗ ਨੂੰ ਜਲੰਧਰ ਦਾ ਫੌਜਦਾਰ। ਅਬਦਾਲੀ ਦੇ ਥਾਪੇ ਹੋਏ ਸਾਰੇ ਹਾਕਮ ਕੱਢ ਦਿੱਤੇ ਗਏ। ਲਖਪਤ ਰਾਏ ਨੂੰ ਮੀਰ ਮੰਨੂ ਨੇ 30 ਲੱਖ ਜੁਰਮਾਨਾ ਕੀਤਾ। ਉਸ ਵਿੱਚੋਂ 22 ਲੱਖ ਵਸੂਲ ਹੋ ਗਿਆ ਤੇ ਬਾਕੀ 8 ਲੱਖ ਬਦਲੇ ਉਸ ਨੂੰ ਕੈਦ ਕਰ ਲਿਆ ਗਿਆ। ਉਹ 8 ਲੱਖ ਕੌੜਾ ਮੱਲ ਨੇ ਤਾਰ ਦਿੱਤਾ ਤੇ ਲਖਪਤ ਨੂੰ ਮੀਰ ਮੰਨੂ ਕੋਲੋਂ ਲੈ ਕੇ ਸਿੰਘਾਂ ਦੇ ਹਵਾਲੇ ਕਰ ਦਿੱਤਾ, ਜਿੱਥੇ ਉਹ 6 ਮਹੀਨੇ ਕੈਦ ਰਹਿ ਕੇ ਮਰ ਗਿਆ। ਦਿੱਲੀ ਦੇ ਨਵੇਂ ਵਜ਼ੀਰ ਸਫਦਰ ਜੰਗ ਮੀਰ ਮੰਨੂ ਨਾਲ ਬੜਾ ਵਿਰੋਧ ਸੀ। ਦਿੱਲੀ ਦਰਬਾਰ ਵਿੱਚ 2 ਧੜੇ ਸਨ, ਈਰਾਨੀ ਸ਼ੀਆ ਤੇ ਤੁਰਾਨੀ ਸੁੰਨੀ। ਸਫਦਰ ਜੰਗ ਈਰਾਨੀ ਸ਼ੀਆ ਸੀ। ਉਸ ਤੋਂ ਪਹਿਲੇ ਵਜ਼ੀਰ ਸੁੰਨੀ ਤੁਰਾਨੀ ਸਨ। ਮੀਰ ਮੰਨੂ ਪਹਿਲੇ ਵਜ਼ੀਰ ਕਮਰੂਦੀਨ ਦਾ ਪੁੱਤਰ ਸੀ। ਉਸ ਨੂੰ ਦਿੱਲੀ ਦਰਬਾਰ ਵਿੱਚੋਂ ਕੱਢਿਆ ਵੀ ਇਸੇ ਵਾਸਤੇ ਗਿਆ ਸੀ ਕਿ ਉਹ ਆਪਣੇ ਪਿਓ ਦੀ ਥਾਂ ਵਜ਼ਾਰਤ ਦੀ ਮੰਗ ਨਾ ਕਰੇ, ਕਿਉਂਕਿ ਸਭ ਅਹੁਦੇ ਜੱਦੀ ਸਮਝੇ ਜਾਂਦੇ ਸਨ। ਮੀਰ ਮੰਨੂ ਵੀ ਇਸ ਚਾਲ ਨੂੰ ਸਮਝਦਾ ਸੀ, ਪਰ ਉਹਨੇ ਦਿੱਲੀ ਨਾਲੋਂ ਲਾਹੌਰ ਵਿੱਚ ਆਪਣੀ ਤਾਕਤ ਬਣਾਉਣੀ ਚੰਗੀ ਸਮਝੀ। ਉਹ ਆਪ ਤੁਰਕ ਸੀ, ਸੋ ਉਹਨੇ ਨਾਦਰ ਦੇ ਕੱਢੇ ਹੋਏ ਕਈ ਤੁਰਕ ਸਿਪਾਹੀ ਤੇ ਅਫਸਰ ਆਪਣੀ ਨੌਕਰੀ ਵਿੱਚ ਲੈ ਲਏ। ਲਾਹੌਰ ਉੱਤੇ ਕਬਜ਼ਾ ਜਮਾ ਕੇ ਮੀਰ ਮੰਨੂ ਨੇ ਮੁਲਤਾਨ ਉੱਤੇ ਕਬਜ਼ਾ ਕਰਨ ਵਾਸਤੇ ਕੌੜਾ ਮੱਲ ਨੂੰ ਆਪਣਾ ਨਾਇਬ ਬਣਾ ਕੇ ਭੇਜਿਆ। 1738 ਈਸਵੀ ਵਿੱਚ ਮੁਲਤਾਨ ਦਾ ਸੂਬੇਦਾਰ ਅਬਦ ਸਮਦ ਖਾਂ ਦਲੇਰੇ ਜੰਗ ਮਰਿਆ ਤਾਂ ਉਹ ਸੂਬਾ ਵੀ ਉਸ ਦੇ ਪੁੱਤਰ ਜ਼ਕਰੀਆ ਖਾਂ ਖਾਨ ਬਹਾਦਰ ਨੂੰ ਹੀ ਦੇ ਦਿੱਤਾ ਗਿਆ ਸੀ। ਖਾਨ ਬਹਾਦਰ ਨੇ ਆਪਣੇ ਪੁੱਤਰ ਸ਼ਾਹ ਨਿਵਾਜ਼ ਖਾਂ ਨੂੰ ਆਪਣਾ ਨਾਇਬ ਬਣਾ ਕੇ ਮੁਲਤਾਨ ਦਾ ਹਾਕਮ ਥਾਪਿਆ ਸੀ। ਜਦ ਸ਼ਾਹ ਨਿਵਾਜ਼ ਲਾਹੌਰ ਉੱਤੇ ਕਬਜ਼ਾ ਕਰਨ ਵਾਸਤੇ ਆਇਆ, ਆਪਣੇ ਵੱਲੋਂ ਮੁਲਤਾਨ ਦਾ ਹਾਕਮ ਖਵਾਜਾ ਇਸਹਾਕ ਨੂੰ ਛੱਡ ਕੇ ਆਇਆ। ਪਿੱਛੋਂ ਵਜ਼ੀਰ ਕਮਰੂਦੀਨ ਨੇ ਜ਼ਾਹਿਦ ਖਾਂ ਸਦੋਜ਼ਈ ਨੂੰ ਸੂਬੇਦਾਰੀ ਦੀ ਸਨਦ ਦੇ ਦਿੱਤੀ ਤਾਂ ਉਸਨੇ ਇਸਹਾਕ ਨੂੰ ਉੱਥੋਂ ਕੱਢ ਕੇ ਆਪ ਕਬਜ਼ਾ ਜਮਾ ਲਿਆ। ਇਸ ਵੇਲੇ ਮੁਲਤਾਨ ਉਸੇ ਦੇ ਕਬਜ਼ੇ ਵਿੱਚ ਸੀ। ਜਦ ਕੌੜਾ ਮੱਲ ਮੁਲਤਾਨ ਪੁੱਜਾ, ਅੱਗੋਂ ਜ਼ਾਹਿਦ ਖਾਂ ਲੜਾਈ ਵਾਸਤੇ ਤਿਆਰ ਹੋ ਪਿਆ, ਪਰ ਪਹਿਲੀ ਮੁੱਠਭੇੜ ਵਿੱਚ ਹੀ ਉਹ ਹਾਰ ਕੇ ਨੱਸ ਗਿਆ ਤੇ ਕੌੜਾ ਮੱਲ ਨੇ ਮੁਲਤਾਨ ਉੱਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ।
ਲਾਹੌਰ ਤੇ ਮੁਲਤਾਨ ਵਿੱਚ ਤਸੱਲਤ ਜਮਾ ਕੇ ਫਿਰ ਮੰਨੂ ਸਿੱਖਾਂ ਵੱਲੇ ਹੋਇਆ। ਉਹਨੇ ਅਮਨ ਕਾਇਮ ਕਰਨ ਦੇ ਬਹਾਨੇ ਇਲਾਕੇ ਵਿੱਚ ਗਸ਼ਤੀ ਫੌਜ ਚੜ੍ਹਾਈ ਤੇ ਸਿੰਘਾਂ ਦੇ ਕਤਲ ਦਾ ਹੁਕਮ ਦਿੱਤਾ। ਸਿੰਘ ਗਸ਼ਤੀ ਫੌਜ ਦਾ ਟਾਕਰਾ ਕਰਨ ਦੀ ਥਾਂ ਬਾਰੀ ਦੁਆਬ ਛੱਡ ਕੇ ਦੁਆਬਾ ਜਲੰਧਰ ਵਿੱਚ ਚਲੇ ਗਏ। ਨਾ ਸਿੱਖਾਂ ਨੇ ਅਦੀਨਾ ਬੇਗ ਦੇ ਇਲਾਕੇ ਵਿੱਚ ਕੋਈ ਗੜਬੜ ਕੀਤੀ ਤੇ ਨਾ ਮਗਰਲੇ ਹੀ ਸਿੱਖਾਂ ਦੇ ਵਿਰੋਧ ਕੋਈ ਕਾਰਵਾਈ ਕਰਨ ਦੀ ਲੋੜ ਸਮਝੀ। ਪਰ ਪਿੱਛੋਂ ਮੀਰ ਮੰਨੂ ਦਾ ਸਖਤ ਹੁਕਮ ਗਿਆ ਕਿ ਸਿੱਖਾਂ ਨੂੰ ਅਸਲੋਂ ਖਤਮ ਕਰੋ। ਸਿੱਖ ਉਸ ਵੇਲੇ ਆਨੰਦਪੁਰ ਜਾ ਇਕੱਠੇ ਹੋਏ ਸਨ। ਅਦੀਨਾ ਬੇਗ ਬੜੀ ਭਾਰੀ ਫੌਜ ਲੈ ਕੇ ਅਮਨ ਨਾਲ ਬੈਠੇ ਸਿੱਖਾਂ ਉੱਤੇ ਜਾ ਪਿਆ। ਦੋਹਾਂ ਧਿਰਾਂ ਦੇ ਕਈ ਆਦਮੀ ਮਾਰੇ ਗਏ। ਸਿੰਘ ਇੱਥੋਂ ਮਾਲਵੇ ਨੂੰ ਚਲੇ ਗਏ। ਅਦੀਨਾ ਬੇਗ ਵਾਪਸ ਮੁੜ ਆਇਆ। ਇਹ ਘਟਨਾ ਜੂਨ 1748 ਈਸਵੀ ਦੀ ਹੈ। ਉਵੇਂ ਹੀ ਅਦੀਨਾ ਬੇਗ ਨੇ ਸਿੰਘਾਂ ਨਾਲ ਅੰਦਰਖਾਨੇ ਫਿਰ ਸੁਲ੍ਹਾ ਕਰ ਲਈ ਤੇ ਕੁਝ ਸਿੱਖ ਆਪਣੀ ਨੌਕਰੀ ਵਿੱਚ ਲੈ ਲਏ। ਜੱਸਾ ਸਿੰਘ ਤਖਾਣ ਇੱਚੋ ਗਿੱਲੀਆ ਆਪਣੇ ਤਿੰਨਾਂ ਭਰਾਵਾਂ ਜੈ ਸਿੰਘ, ਖੁਸ਼ਹਾਲ ਸਿੰਘ ਤੇ ਮਾਲੀ ਸਿੰਘ ਤੇ ਕੁਝ ਹੋਰ ਸਾਥੀਆਂ ਸਣੇ ਅਦੀਨਾ ਬੇਗ ਕੋਲ ਨੌਕਰ ਹੋ ਗਿਆ। ਉਸ ਦਾ ਪੰਜਵਾਂ ਭਰਾ ਤਾਰਾ ਸਿੰਘ ਨੌਕਰ ਨਾ ਹੋਇਆ। ਉਹ ਸਦਾ ਦਲ ਖਾਲਸੇ ਦੇ ਨਾਲ ਹੀ ਰਿਹਾ। 2 ਕੁ ਮਹੀਨੇ ਮੀਂਹ ਦੇ ਜ਼ੋਰ ਕਰਕੇ ਸਾਰੇ ਦੇਸ਼ ਵਿੱਚ ਚੁੱਪ ਵਰਤੀ ਰਹੀ। ਅਕਤੂਬਰ ਵਿੱਚ ਸਿੰਘ ਦੀਵਾਲੀ ਉੱਤੇ ਫਿਰ ਅੰਮ੍ਰਿਤਸਰ ਇਕੱਠੇ ਆ ਹੋਏ। ਹਰਿਮੰਦਰ ਸਾਹਿਬ ਪਾਠ ਕੀਰਤਨ ਹੋਏ ਤੇ ਦੀਪਮਾਲਾ ਕੀਤੀ ਗਈ। ਮੀਰ ਮੰਨੂ ਨੂੰ ਇਹ ਖਬਰਾਂ ਪਹੁੰਚੀਆਂ ਤਾਂ ਉਹਨੇ ਅਦੀਨਾ ਬੇਗ ਨੂੰ ਲਿਖਿਆ ਕਿ ਸਿੱਖਾਂ ਨੂੰ ਘੇਰਾ ਪਾ ਕੇ ਖਤਮ ਕਰੋ। ਹੁਕਮ ਸੁਣਦੇ ਸਾਰ ਅਦੀਨਾ ਬੇਗ ਤੇ ਉਸ ਦਾ ਨਾਇਬ ਸਦੀਕ ਬੇਗ ਖਾਂ ਜਲੰਧਰੋਂ ਚੜ੍ਹੇ ਤੇ ਬਹੁਤ ਸਾਰੀ ਫੌਜ ਸਣੇ ਮੀਰ ਮੰਨੂ ਦੇ ਅਫਸਰ ਲਾਹੌਰੋਂ। ਉਹਨਾਂ ਆ ਕੇ ਅੰਮ੍ਰਿਤਸਰ ਨੂੰ ਘੇਰਾ ਪਾ ਲਿਆ। 500 ਸਿੰਘ ਕੱਚੇ ਕਿਲੇ ਰਾਮ ਰੌਣੀ ਵਿੱਚ ਹੋ ਬੈਠੇ ਤੇ ਬਾਕੀ ਨੇੜੇ ਦੇ ਜੰਗਲ ਵਿੱਚ ਜਾ ਵੜੇ। ਦੋਹਾਂ ਪਾਸਿਆਂ ਤੋਂ ਲੜਾਈ ਆਰੰਭ ਹੋ ਗਈ। ਰਾਮ ਰੌਣੀ ਵਿੱਚ 500 ਸਿੰਘ ਹੀ ਸਨ, ਪਰ ਉਹਨਾਂ ਦੇ ਟਾਕਰੇ ਉੱਤੇ ਬਾਹਰ ਹਜ਼ਾਰਾਂ ਦੁਸ਼ਮਣ। ਰੋਜ਼ ਅੱਗ ਦਾ ਮੀਂਹ ਵਸਣ ਲੱਗਾ। ਕਦੇ ਕਦਾਈ ਸਿੰਘ ਗੜੀ ਵਿੱਚੋਂ ਬਾਹਰ ਨਿਕਲਦੇ ਤੇ 2-2 ਹੱਥ ਕਰਕੇ ਵੈਰੀ ਨੂੰ ਭਾਜੜ ਪਾ ਕੇ ਥੋੜ੍ਹਾ ਬਹੁਤਾ ਸਮਾਨ ਖੋਹ ਖਿੰਝ ਕੇ ਫਿਰ ਅੰਦਰ ਜਾ ਵੜਦੇ। ਕਦੇ ਕੋਈ ਸਿੰਘਾਂ ਦਾ ਜਥਾ ਬਾਹਰੋਂ ਜੰਗਲ ਵਿੱਚੋਂ ਆ ਪੈਂਦਾ ਤੇ ਲੱਗਦਾ ਚਾਰਾ ਲਾ ਕੇ ਫਿਰ ਹਰਨ ਹੋ ਜਾਂਦਾ। ਇਹ ਘੇਰਾ 2 ਕੁ ਮਹੀਨੇ ਰਿਹਾ। ਅੰਦਰੋਂ ਦਾਣਾ ਪੱਠਾ ਮੁੱਕ ਗਿਆ। ਸਿੰਘਾਂ ਦੇ ਘੋੜੇ ਭੁੱਖੇ ਮਰਨ ਲੱਗੇ। ਇਹਨਾਂ ਰੋਜ਼ ਦੀਆਂ ਮੁੱਠ ਭੇੜਾਂ ਵਿੱਚ ਅੰਦਰਲੇ 200 ਸਿੰਘ ਸ਼ਹੀਦੀ ਪਾ ਚੁੱਕੇ ਸਨ ਤੇ ਬਾਕੀਆਂ ਨੇ ਇੱਕ ਦਿਨ ਆਖਰੀ ਲੜਾਈ ਕਰਕੇ ਸ਼ਹੀਦੀ ਪਾਉਣ ਦਾ ਮਤਾ ਪਕਾ ਲਿਆ ਸੀ। ਮੀਰ ਮੰਨੂ ਦੀਆਂ ਫੌਜਾਂ ਵਿੱਚ ਕੌੜਾ ਮੱਲ ਵੀ ਹੈਗਾ ਸੀ, ਜੋ ਗੁਰੂ ਕਾ ਸਹਿਜਧਾਰੀ ਸਿੱਖ ਸੀ। ਅਦੀਨਾ ਬੇਗ ਦੀ ਫੌਜ ਵਿੱਚ ਸਰਦਾਰ ਜੱਸਾ ਸਿੰਘ ਤਖਾਣ ਵੀ ਆਪਣੇ 100 ਸਿਪਾਹੀਆਂ ਸਣੇ ਸੀ। ਉਸ ਦੀ ਇਸਤਰੀ ਨੇ ਲੜਕੀ ਮਾਰ ਦਿੱਤੀ ਤਾਂ ਪੰਥ ਨੇ ਉਸ ਨੂੰ ਛੇਕ ਦਿੱਤਾ ਸੀ। ਉਹ ਅਦੀਨਾ ਬੇਗ ਪਾਸ ਨੌਕਰ ਜਾ ਹੋਇਆ। ਇੱਕ ਦਿਨ ਗੜੀ ਵਿਚਲੇ ਸਿੰਘਾਂ ਵਿੱਚੋਂ ਇੱਕ ਸਿੰਘ ਭੇਸ ਬਦਲ ਕੇ ਅਦੀਨਾ ਬੇਗ ਦੀ ਸੂਹ ਕੱਢਣ ਉਸ ਦੀ ਫੌਜ ਵਿੱਚ ਆਇਆ ਤਾਂ ਉਸਨੇ ਜੱਸਾ ਸਿੰਘ ਤੇ ਉਸਦੇ ਸਾਥੀਆਂ ਨੂੰ ਵੀ ਉੱਥੇ ਵੇਖਿਆ। ਸਿੰਘ ਨੇ ਕਿਹਾ, ਅੱਛਾ ਤੁਸੀਂ ਹੋ ਰਾਮ ਰੌਣੀ ਦੇ ਸਿੰਘਾਂ ਦੇ ਕਾਤਲ। ਇਹ ਸੁਣ ਕੇ ਜੱਸਾ ਸਿੰਘ ਤੇ ਉਹਦੇ ਸਾਥੀਆਂ ਦੇ ਨੇਤਰ ਭਰ ਆਏ। ਉਹਨਾਂ ਬੜੇ ਤਰਲੇ ਨਾਲ ਕਿਹਾ ਕਿ ਜਿਵੇਂ ਜਾਣੋ ਪੰਥ ਸਾਨੂੰ ਵਿਛੜਿਆਂ ਨੂੰ ਮਿਲਾ ਲਵੇ। ਅੱਗੋਂ ਸਿੰਘ ਨੇ ਉੱਤਰ ਦਿੱਤਾ ਕਿ ਅਸੀਂ ਤਾਂ ਸਾਰੇ ਕੱਲ੍ਹ ਨੂੰ ਸ਼ਹੀਦੀ ਪਾ ਜਾਵਾਂਗੇ। ਜੇ ਤੁਸੀਂ ਵੀ ਸਾਡੇ ਨਾਲ ਸ਼ਹੀਦੀ ਵਿੱਚ ਹਿੱਸੇਦਾਰ ਬਣਨਾ ਚਾਹੋ ਤਾਂ ਇਹਦਾ ਫਲ ਤੁਹਾਨੂੰ ਗੁਰੂ ਮਹਾਰਾਜ ਦੇਣਗੇ। ਇਹ ਸੁਣ ਕੇ ਸਾਰੇ ਸਿੰਘ ਸ਼ਹੀਦੀ ਵਾਸਤੇ ਤਿਆਰ ਹੋਏ ਬੈਠੇ ਨੇ, ਜੱਸਾ ਸਿੰਘ ਦੇ ਦਿਲ ਤੇ ਬੜੀ ਸੱਟ ਵੱਜੀ। ਉਹਨੇ ਚਿੱਠੀ ਲਿਖ ਕੇ ਤੀਰ ਨਾਲ ਬੰਨ੍ਹ ਕੇ ਗੜੀ ਦੇ ਅੰਦਰ ਭੇਜੀ ਕਿ ਪੰਥ ਮੇਰੀ ਭੁੱਲ ਬਖਸ਼ ਲਵੇ ਤਾਂ ਮੈਂ ਵੈਰੀ ਦਾ ਸਾਥ ਛੱਡ ਕੇ ਅੰਦਰ ਆਉਣ ਨੂੰ ਤਿਆਰ ਹਾਂ। ਸਿੰਘਾਂ ਨੇ ਅੰਦਰੋਂ ਤੀਰ ਨਾਲ ਬੰਨ੍ਹ ਕੇ ਹੀ ਉੱਤਰ ਘੱਲਿਆ, ਗੁਰੂ ਬਖਸ਼ਣ ਆ ਰਿਹਾ, ਤੂੰ ਚਾਹੇ ਤਾਂ ਇਸ ਵੇਲੇ ਪੰਥ ਦੀ ਸ਼ਰਨ ਆ ਸਕਦਾ ਹੈ। ਰਾਤੋਂ ਰਾਤ ਜੱਸਾ ਸਿੰਘ ਸਣੇ ਸਾਥੀਆਂ ਰਾਮ ਰੌਣੀ ਦੇ ਅੰਦਰ ਜਾ ਵੜਿਆ। ਉਹ ਆਪਣੇ ਨਾਲ ਕੁਝ ਖੁਰਾਕ ਤੇ ਜੰਗ ਦਾ ਸਮਾਨ ਵੀ ਲੈ ਆਇਆ। ਅੰਦਰਲੇ ਸਿੰਘਾਂ ਨੂੰ ਹੌਸਲਾ ਹੋ ਗਿਆ ਤੇ ਉਹ ਕੁਝ ਸਮਾਂ ਹੋਰ ਲੜਾਈ ਜਾਰੀ ਰੱਖਣ ਦੇ ਯੋਗ ਹੋ ਗਏ।
ਜੱਸਾ ਸਿੰਘ ਨੇ ਕੌੜਾ ਮੱਲ ਨੂੰ ਸੁਨੇਹਾ ਭੇਜਿਆ ਕਿ ਜੇ ਤੂੰ ਕੋਈ ਚਾਰਾ ਕਰੇ ਤਾਂ ਅੰਦਰਲੇ 300 ਸਿੰਘਾਂ ਦੀ ਜਾਨ ਬਚ ਸਕਦੀ ਹੈ। ਐਨ ਉਸੇ ਵੇਲੇ ਖਬਰਾਂ ਪਹੁੰਚੀਆਂ ਕਿ ਅਬਦਾਲੀ ਚੜ੍ਹਿਆ ਆ ਰਿਹਾ ਹੈ। ਨਾਲ ਹੀ ਦਿੱਲੀ ਵੱਲੋਂ ਖਬਰ ਮਿਲੀ ਕਿ ਸਫਦਰ ਜੰਗ ਸ਼ਾਹ ਨਿਵਾਜ਼ ਨੂੰ ਮੁਲਤਾਨ ਦਾ ਸੂਬੇਦਾਰ ਬਣਾ ਕੇ ਭੇਜ ਰਿਹਾ ਹੈ। ਇਹਨਾਂ ਖਬਰਾਂ ਦੀ ਰੌਸ਼ਨੀ ਵਿੱਚ ਕੌੜਾ ਮੱਲ ਨੇ ਮੀਰ ਮੰਨੂ ਨੂੰ ਕਿਹਾ ਕਿ ਰਾਮ ਰੌਣੀ ਦਾ ਘੇਰਾ ਉਠਾ ਕੇ ਸਿੰਘਾਂ ਨਾਲ ਸੁਲ੍ਹਾ ਕਰ ਲੈਣੀ ਚਾਹੀਦੀ ਹੈ ਤਾਂ ਜੋ ਆਉਣ ਵਾਲੀਆਂ ਔਕੜਾਂ ਵਿੱਚ ਇਹਨਾਂ ਦੀ ਮਦਦ ਹਾਸਲ ਕੀਤੀ ਜਾ ਸਕੇ। ਮੀਰ ਮੰਨੂ ਨੇ ਇਹ ਸਲਾਹ ਮੰਨ ਲਈ। ਸੋ ਨਵੰਬਰ 1748 ਈਸਵੀ ਨੂੰ ਰਾਮ ਰੌਣੀ ਦਾ ਘੇਰਾ ਉਠਾ ਲਿਆ ਗਿਆ। ਕੌੜਾ ਮੱਲ ਦੇ ਕਹਿਣ ਉੱਤੇ ਸਿੰਘਾਂ ਦੇ ਗੁਜ਼ਾਰੇ ਵਾਸਤੇ ਦਰਬਾਰ ਸਾਹਿਬ ਦੇ ਨਾਮ ਪਰਗਣਾ ਪੱਟੀ ਦੇ ਮਾਮਲੇ ਵਿੱਚੋਂ ਅੱਧਾ ਮਾਮਲਾ ਜਗੀਰ ਵਜੋਂ ਲਾ ਦਿੱਤਾ। ਦਰਬਾਰ ਸਾਹਿਬ ਦੇ ਪੁਰਾਣੇ 12 ਪਿੰਡਾਂ ਦਾ ਜ਼ਬਤ ਹੋਇਆ ਮਾਮਲਾ ਵੀ ਬਹਾਲ ਕਰ ਦਿੱਤਾ। ਇਸ ਤਰ੍ਹਾਂ ਰਾਮ ਰੌਣੀ ਦੀ ਮੁਹਿੰਮ ਖਤਮ ਹੋਈ। ਅੱਜ ਅਸੀਂ ਇੱਥੋਂ ਤੱਕ ਹੀ ਇਸ ਕਿਤਾਬ ਨੂੰ ਪੜ੍ਹਾਂਗੇ ਜੀ। ਕਿਤਾਬ ਦਾ ਨਾਮ ਹੈ ਸਿੱਖ ਰਾਜ ਕਿਵੇਂ ਬਣਿਆ। ਗਿਆਨੀ ਸੋਹਣ ਸਿੰਘ ਸੀਤਲ ਜੀ ਦੀ ਇਹ ਕਿਤਾਬ ਲਿਖੀ ਹੋਈ ਹੈ। ਅਗਲੇ ਦਿਨਾਂ ਦੇ ਵਿੱਚ ਇਸ ਕਿਤਾਬ ਨੂੰ ਅਸੀਂ ਅੱਗੇ ਪੜ੍ਹਨ ਦਾ ਯਤਨ ਕਰਾਂਗੇ। ਤੁਹਾਡਾ ਕੋਈ ਸਵਾਲ ਹੋਵੇ ਜਾਂ ਸੁਝਾਅ ਹੋਵੇ ਸਾਨੂੰ ਸਾਡੇ ਫੇਸਬੁੱਕ ਪੇਜ 'ਤੇ ਭੇਜ ਸਕਦੇ ਹੋ। ਸਾਡਾ ਫੇਸਬੁੱਕ ਪੇਜ ਹੈ ਰੇਡੀਓ ਵਾਇਸ ਆਫ ਖਾਲਸਾ। ਸੋ ਅਸੀਂ ਤੁਹਾਨੂੰ ਜਲਦੀ ਤੋਂ ਜਲਦੀ ਰਿਪਲਾਈ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਸਰੋਤਿਓ, ਤੁਸੀਂ ਸੁਣਦੇ ਰਹੋ ਰੇਡੀਓ ਵਾਇਸ ਆਫ ਖਾਲਸਾ। ਮੈਨੂੰ ਜਾਣੀ ਜਰਨੈਲ ਸਿੰਘ ਚੱਕਰ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।